दसना चाहूँगी कि भाजी पंजाब संगीत नाटक अकैडमी के प्रेजिडेंट ने ते नाल दी नाल मंच रंग मंच जिहड़ा कि उन्हां दा अपना थिएटर ग्रुप है उन्हां दे फाउंडर ने ते भाजी नाटक लिखते भी ने जिद्दां मैं पहले दस्सिया सी सारा कुछ ते भाजी मंच रंग मंच जिहड़ा तुसीं स्थापित कीता इहदा सुपना किवें दिमाग दे विच आया? ਇਹ ਐਕਚੁਅਲੀ ਜਦੋਂ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਪਾਸ ਕਰਕੇ ਆਇਆ ਸੀ 91 ਦੇ ਵਿੱਚ ਤੇ ਇਹ ਹੁਣ 30 ਸਾਲ ਹੋ ਗਏ ਮੇਰੇ ਮੰਚ ਗਰੁੱਪ ਨੂੰ ਵੀ ਬਣਿਆ ਤੇ ਮੈਂ ਆਉਂਦੇ 91 ਦੇ ਵਿੱਚ ਆਪਣਾ ਗਰੁੱਪ ਬਣਾਇਆ ਸੀਗਾ। ਉਦੋਂ ਤੱਕ ਕਿਉਂਕਿ ਗੁਰਸ਼ਰਨ ਭਾਜੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਸ਼ਿਫਟ ਹੋ ਚੁੱਕੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਉਹ ਚੰਡੀਗੜ੍ਹ ਚਲੇ ਗਏ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਚੰਡੀਗੜ੍ਹ ਸਕੂਲ ਆਫ ਡਰਾਮਾ ਬਣਾ ਲਿਆ ਸੀ ਤੇ ਫਿਰ ਇੱਥੇ ਅੰਮ੍ਰਿਤਸਰ 'ਚ ਇੱਕ ਦੋ ਥੀਏਟਰ ਗਰੁੱਪ ਸੀਗੇ ਤੇ ਉਹ ਕੰਮ ਕਰ ਰਹੇ ਸੀਗੇ ਤੇ ਪਰ ਮੈਂ ਫਿਰ ਮੰਚ ਰੰਗ ਮੰਚ ਆਪਣਾ ਥੀਏਟਰ ਗਰੁੱਪ ਬਣਾਇਆ। ਮੇਰੇ ਨਾਲ ਬਹੁਤ ਜ਼ਿਆਦਾ ਜਿਹੜੇ ਪਹਿਲੇ ਪੂਰ ਦੇ ਕਹਿ ਲਓ ਕਿ ਸਟੂਡੈਂਟ ਜਿਹੜੇ ਮੇਰੇ ਨਾਲ ਜੁੜੇ ਐਕਟਰ ਜੁੜੇ ਉਹ ਮੋਸਟਲੀ ਖਾਲਸਾ ਕਾਲਜ ਤੋਂ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੀਗੇ ਤੇ ਉਹਨਾਂ ਜਿਹੜੇ ਫਾਊਂਡਰ ਸੀਗੇ ਮੇਰੇ ਨਾਲ ਜਿਨ੍ਹਾਂ ਨੇ ਬੜਾ ਸਾਥ ਦਿੱਤਾ ਉਹਨਾਂ ਮੁੰਡਿਆਂ ਨੇ ਕੁੜੀਆਂ ਨੇ ਤੇ ਅਸੀਂ 7 ਸਤੰਬਰ 1991 ਨੂੰ ਪਹਿਲੀ ਪ੍ਰੋਡਕਸ਼ਨ ਮਾਵਾ ਕੀਤੀ ਮੰਚ ਰੰਗ ਮੰਚ ਵੱਲੋਂ ਤੇ ਉਹਦੇ ਵਿੱਚ ਜਿਹੜੇ ਸਾਡੀਆਂ ਲੜਕੀਆਂ ਰਮਾ ਸੇਖੋ ਤੇ ਸੁਰਜੀਤ ਤੇ ਇਸੇ ਤਰ੍ਹਾਂ ਹੀ ਹਰਜੀਤ ਸੰਧੂ ਸੀਗਾ, ਰੁਪਿੰਦਰ ਢਿੱਲੋਂ ਸੀ, ਜਗਜੀਤ ਸੀ, ਪਵਨ ਸੀ, ਜਸਵੰਤ ਸੀ, ਇਹ ਸਾਰੇ ਜਿਹੜੇ ਫਾਊਂਡਰ ਸੀਗੇ ਸਾਡੇ ਪਹਿਲੇ ਪੂਰ ਦੇ ਸੀਗੇ। ਬਾਅਦ ਵਿੱਚ ਫਿਰ ਹੋਰ ਹਰਦੀਪ ਗਿੱਲ ਹੋਰੀ, ਅਨੀਤਾ ਦੇਵਗਨ ਹੋਰੀ, ਫਿਰ ਤੇ ਲੰਬੀ ਲਾਈਨ ਹੈ ਅਗਲੇ ਪਾਸੇ ਜਿਹੜੇ ਕਿ ਸਾਰੇ ਐਕਟਰ ਬਾਅਦ ਵਿੱਚ ਤੁਸੀਂ ਬੜੇ ਜਿਨ੍ਹਾਂ ਨੇ ਆਪਣਾ ਨਾਮ ਕਮਾਇਆ ਔਰ ਬੜੀ ਮਿਹਨਤ ਉਹਨਾਂ ਨੇ ਕੀਤੀ ਔਰ ਮੇਰੇ ਨਾਲ ਲੰਬਾ ਸਮਾਂ ਇਹਨਾਂ ਲੋਕਾਂ ਨੇ ਕੰਮ ਕੀਤਾ ਤੇ ਸੋ ਇਹ ਮੈਂ 1991 ਵਿੱਚ ਬਣਾਇਆ ਥੀਏਟਰ ਗਰੁੱਪ ਜੀ। ਤੇ ਜਿੱਦਾਂ ਪਹਿਲਾਂ ਵੈਸੇ ਤੁਹਾਡਾ ਫਰਸਟ ਚੋਇਸ ਤਾਂ ਡਾਇਰੈਕਸ਼ਨ ਆ ਬਟ ਤੁਸੀਂ ਨਾਟਕ ਲਿਖਦੇ ਹੋ, ਨਾਟਕ ਦੇ ਥੀਮ ਕੁਝ ਕਲਪਨਾਵਾਂ ਹੁੰਦੀਆਂ ਕੁਝ ਤੁਸੀਂ ਚੀਜ਼ਾਂ ਨੂੰ ਵੇਖ ਕੇ ਜਾਨੀ ਕਿ ਤੁਹਾਡੀ ਬੁੱਕ ਹੈ ਰੰਗ ਕਰਨੀ ਦੀ ਤੀਸਰੀ ਅੱਖ ਉਹ ਕਿਸ ਟਾਈਮ ਤੇ ਖੁੱਲਦੀ ਹੈ ਮਤਲਬ ਕਿੰਨਾ ਚੀਜ਼ਾਂ ਨੂੰ ਦੇਖ ਕੇ ਖੁੱਲਦੀ ਹੈ? ਐਕਚੁਅਲੀ ਮੈਂ ਉਹ ਨਾ ਜਿਹੜੇ ਸਾਡੇ ਨਵੇਂ ਆਉਂਦੇ ਆ ਨਾ ਇਸ ਫੀਲਡ ਦੇ ਵਿੱਚ ਜਿਹੜੇ ਕਲਾਕਾਰ ਐਮੇਚਰ ਹੁੰਦੇ ਆ ਟ੍ਰੇਨਿੰਗ ਨਹੀਂ ਹੁੰਦੀ ਉਹਨਾਂ ਦੀ ਤੇ ਉਹ ਨਾ ਮੈਂ ਐਕਚੁਅਲੀ ਉਹਨਾਂ ਵਾਸਤੇ ਲਿਖੀ ਸੀ ਰੰਗ ਕਰਮੀ ਦੀ ਤੀਸਰੀ ਅੱਖ ਵੀ ਜਿਹੜੇ ਐਮੇਚਰ ਲੋਕ ਹੁੰਦੇ ਨਾ ਬਿਲਕੁਲ ਨਵੇਂ ਐਕਟਰ ਹੁੰਦੇ ਉਹ ਸਟੇਜ ਤੇ ਖੜਦੇ ਆ ਉਹਨਾਂ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਆਪਣੇ ਹੱਥਾਂ ਦਾ ਕਿਵੇਂ ਇਸਤੇਮਾਲ ਕਰ ਕਦੀ ਉਹ ਜੇਬ 'ਚ ਪਾਉਂਦੇ ਆ ਕਦੀ ਪਿੱਛੇ ਰੱਖ ਲੈਂਦੇ ਆ ਹੈ ਨਾ ਤੇ ਮੈਂ ਜਦੋਂ ਕਿ ਮੈਂ ਐਕਟਰ ਨੂੰ ਕਹਿੰਦਾ ਕਿ ਨਹੀਂ ਇਹ ਜੋ ਵੀ ਤੁਹਾਡਾ ਬੋਡੀ ਦਾ ਪਾਰਟ ਹੈ ਤੁਹਾਡੇ ਹੱਥ ਹੈ ਲੱਤਾਂ ਮੂੰਹ ਹੈ ਤੁਹਾਡੀ ਬੋਡੀ ਮੂਵਮੈਂਟ ਹੋਣੀ ਚਾਹੀਦੀ ਇਹਨਾਂ ਦਾ ਇਸਤੇਮਾਲ ਕਰੋ ਇਹ ਜੈਸਚਰ ਕਰੋ ਇੱਦਾਂ ਦਾ ਪੋਸਚਰ ਬਣਨਾ ਚਾਹੀਦਾ ਇਹ ਜੇਬ 'ਚ ਪਾਉਣ ਲਈ ਨਹੀਂ ਹੱਥ ਪਿੱਛੇ ਰੱਖਣ ਲਈ ਹੱਥ ਨਹੀਂ ਤੇ ਫਿਰ ਮੈਂ ਉਹਨਾਂ ਦੇ ਵਾਸਤੇ ਉਹ ਕਿਤਾਬ ਲਿਖੀ ਸੀ ਕਿ ਜਿਹੜੀ ਰੰਗਕਰਮੀ ਦੇ ਕੋਲ ਇੱਕ ਤੀਸਰੀ ਅੱਖ ਹੁੰਦੀ ਆ ਹਰ ਐਕਟਰ ਕੋਲ ਜਿਵੇਂ ਸ਼ਿਵ ਜੀ ਦੀ ਇੱਕ ਤੀਸਰੀ ਅੱਖ ਹੁੰਦੀ ਹੈ ਨਾ ਇਸ ਤਰ੍ਹਾਂ ਰੰਗਕਰਮੀ ਦੀ ਇੱਕ ਤੀਸਰੀ ਅੱਖ ਹੁੰਦੀ ਆ ਉਹ ਅੱਖ ਹੁੰਦੀ ਆ ਜਿਹੜੀ ਦਰਸ਼ਕ ਦੀ ਅੱਖ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਉਹ ਦਰਸ਼ਕ ਦੀ ਅੱਖ ਤੋਂ ਵੇਖੇ ਕਿ ਮੈਂ ਸਟੇਜ ਤੇ ਖਲੋਤਾ ਕਿੱਦਾਂ ਦਾ ਲੱਗ ਰਿਹਾ ਹੈ ਨਾ ਉਹ ਅੱਖ ਉਹਦੇ ਕੋਲ ਹੋਣੀ ਚਾਹੀਦੀ ਹੈ ਕਿ ਉਹ ਉਸ ਅੱਖ ਨਾਲ ਉਸ ਨਜ਼ਰੀਏ ਤੋਂ ਵੇਖੇ ਕਿ ਮੈਂ ਐਸਥੈਟਿਕਲੀ ਅੱਛਾ ਲੱਗ ਰਿਹਾ ਕੋਈ ਕਲਮਜ਼ੀ ਤਾਂ ਨਹੀਂ ਲੱਗ ਰਿਹਾ ਕਿ ਮੇਰੀ ਕੋਈ ਬਾਂਹ ਲੱਤ ਮੇਰਾ ਕੋਈ ਕਾਸਟਿਊਮ ਟੇਢਾ ਮੇਢਾ ਕਿਸੇ ਨੂੰ ਡਿਸਟਰਬ ਤਾਂ ਨਹੀਂ ਕਰ ਰਿਹਾ ਕਿਸੇ ਮੇਰੀ ਪ੍ਰਾਪਰਟੀ ਝੜਦਾ ਤਾਂ ਨਹੀਂ ਪਿਆ ਕਿਸੇ ਸਟੇਜ ਦੇ ਮੇਰੇ ਸੈੱਟ ਦੇ ਵਿੱਚ ਉਹ ਮੇਰਾ ਕੋਈ ਪਰਨਾ ਮੇਰੀ ਚਾਦਰ ਮੇਰਾ ਕੋਈ ਪੱਗ ਮੇਰੀ ਕੋਈ ਚੁੰਨੀ ਯਾਨੀ ਕਿਸੇ ਜਗ੍ਹਾ ਤੇ ਅੜਦੀ ਤਾਂ ਨਹੀਂ ਪਈ ਉਹ ਉਸ ਨਜ਼ਰੀਏ ਤੋਂ ਉਹ ਤੀਸਰੀ ਅੱਖ ਦੇ ਨਾਲ ਵੀ ਦਰਸ਼ਕ ਮੈਨੂੰ ਕਿੱਦਾਂ ਵੇਖ ਰਿਹਾ ਉਹ ਆਪਣੇ ਆਪ ਨੂੰ ਉੱਦਾਂ ਵੇਖੇ ਸੋ ਉਹ ਤੀਸਰੀ ਅੱਖ ਜਿਹੜੀ ਹੈ ਮੈਂ ਉਸ ਤਰ੍ਹਾਂ ਦੇ ਜਿਹੜੇ ਕੁਝ ਆਰਟੀਕਲ ਨੇ ਉਸ ਕਿਤਾਬ ਦੇ ਵਿੱਚ ਕਿ ਜਿਹੜੇ ਨਵੇਂ ਕਲਾਕਾਰ ਨੇ ਉਹ ਸਿੱਖ ਸਕਣ ਉਹਦੇ ਵਿੱਚ ਹੀ ਮੈਂ ਇੱਕ ਕਿਤਾਬ ਦੇ ਵਿੱਚ ਉਸੇ 'ਚ ਮੈਂ ਕਹਿੰਦਾ ਕਿ ਕਈ ਐਕਟਰ ਹੁੰਦੇ ਨਵੇਂ ਆਉਂਦੇ ਆ ਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਸ਼ੀਸ਼ੇ 'ਚ ਵੇਖ ਕੇ ਐਕਟਿੰਗ ਕਰੀਏ ਸ਼ੀਸ਼ੇ 'ਚ ਵੇਖ ਕੇ ਐਕਸਪ੍ਰੈਸ਼ਨ ਦਈਏ ਤੇ ਮੈਂ ਕਹਿੰਦਾ ਕਿ ਨਹੀਂ ਤੁਹਾਨੂੰ ਜਿਹੜਾ ਸਹੀ ਐਕਟਰ ਹੋਏਗਾ ਉਹਨੂੰ ਸ਼ੀਸ਼ਾ ਵੇਖਣ ਦੀ ਲੋੜ ਨਹੀਂ ਸ਼ੀਸ਼ਾ ਐਕਟਰ ਦੇ ਅੰਦਰ ਹੁੰਦਾ ਉਹ ਆਪਣੇ ਅੰਦਰ ਵੇਖੇ ਉਹਦਾ ਐਕਸਪ੍ਰੈਸ਼ਨ ਬਾਹਰ ਆ ਜਾਏਗਾ ਕਿਉਂ ਫੀਲ ਕਰੇ ਉਸ ਚੀਜ਼ ਨੂੰ ਉਹ ਜਿਹੜੀ ਫੀਲਿੰਗਸ ਨੇ ਤੁਹਾਡੇ ਅੰਦਰ ਜਿਹੜੀ ਉਹ ਭਾਵਨਾ ਆ ਉਹ ਜਿਹੜੇ ਕਰੈਕਟਰ ਦਾ ਜਿਹੜਾ ਦੁੱਖ ਹੈ ਦਰਦ ਹੈ ਖੁਸ਼ੀ ਹੈ ਪਲ ਹੈ
ਉਹ ਸਾਰੇ ਉਹਦੇ ਅੰਦਰ ਜਦੋਂ ਸਮਾ ਜਾਂਦੇ ਫਿਰ ਉਹਦੇ ਚਿਹਰੇ ਤੇ ਆ ਜਾਂਦੇ ਆ। ਸੋ ਇਸ ਲਈ ਉਹ ਅੰਦਰਲਾ ਸ਼ੀਸ਼ਾ ਜਿਹੜਾ ਉਹਦੇ ਚਿਹਰੇ ਤੇ ਨਜ਼ਰ ਆ ਜਾਂਦਾ। ਸੋ ਇਦਾਂ ਦੀਆਂ ਚੀਜ਼ਾਂ ਉਹਦੇ ਵਿੱਚ ਮੈਂ ਜਿਹੜੀਆਂ ਕਿ ਕਾਫੀ ਸਾਰੀਆਂ ਡਿਸਕਸ ਕੀਤੀਆਂ ਹੋਈਆਂ ਐਕਟਰਸ ਵਾਸਤੇ, ਨਵੇਂ ਕਲਾਕਾਰਾਂ ਵਾਸਤੇ ਜਿਹੜੀਆਂ। ਤੁਸੀਂ ਹਰ ਵਰਗ ਲਈ ਨਾਟਕ ਲਿਖੇ, ਬੱਚਿਆਂ ਲਈ, ਵੱਡਿਆਂ ਲਈ, ਬਜ਼ੁਰਗਾਂ ਲਈ, ਤੇ ਨਾਟਕ ਦਾ ਥੀਮ ਜਿਹੜਾ ਨਾਟਕ ਦਾ ਥੀਮ ਐਕਚੁਅਲੀ ਕਈ ਚੀਜ਼ਾਂ ਤੁਹਾਨੂੰ ਕਿਤੇ ਦੂਰੋਂ ਨਹੀਂ ਲੱਭਣ ਜਾਣੀਆਂ ਪੈਂਦੀਆਂ, ਕਿਉਂਕਿ ਰੰਗਮੰਚ ਦਾ ਕੰਮ ਹੈ ਸਮਾਜ ਨਾਲ ਜੁੜ ਕੇ ਰਹਿਣਾ, ਹਰ ਪਲ ਸਮਾਜ ਦੀ ਗੱਲ ਕਰਨੀ, ਜੋ ਕਿ ਤੁਹਾਡੇ ਆਲੇ ਦੁਆਲੇ ਹੁੰਦਾ। ਤੇ ਰੰਗਕਰਮੀ ਬਣਦਾ ਹੀ ਉੱਥੋਂ ਹੈ ਕਿ ਜਦੋਂ ਆਪਣੇ ਆਲੇ ਦੁਆਲੇ ਨੂੰ ਅਬਜ਼ਰਵ ਕਰਦੇ ਹੋ ਤੁਸੀਂ ਆਪਣੇ ਸੱਭਿਆਚਾਰ ਨੂੰ, ਆਪਣੀ ਆਰਥਿਕਤਾ ਨੂੰ, ਆਪਣੇ ਸਮਾਜ ਨੂੰ, ਜੋ ਤੁਹਾਡੇ ਪਿੰਡ 'ਚ, ਤੁਹਾਡੇ ਸ਼ਹਿਰ 'ਚ, ਤੁਹਾਡੇ ਘਰ 'ਚ, ਤੁਹਾਡੇ ਗੁਆਂਢ 'ਚ, ਤੁਹਾਡੀ ਗਲੀ 'ਚ, ਤੁਹਾਡੇ ਮਹੱਲੇ 'ਚ ਕੀ ਹੋ ਰਿਹਾ, ਕੀ ਵਾਪਰ ਰਿਹਾ ਵਾ, ਲੋਕ ਕਿਹੜਾ ਸੁੱਖ ਹੰਢਾਰੇ, ਕਿਹੜਾ ਦੁੱਖ ਹੰਢਾਰੇ ਆ। ਸੋ ਉਹਨਾਂ ਚੀਜ਼ਾਂ ਨੂੰ ਕਹਿ ਲਓ ਕਿ ਇੱਕ ਤਰਤੀਬ ਦੇਣ ਦਾ ਨਾਮ ਹੀ ਹੈ ਜਿਹੜਾ ਕਿ ਅਸੀਂ ਆਪਣੇ ਨਾਟਕਾਂ ਦੇ ਵਿੱਚ ਬਣਾ ਲੈਂਦੇ ਹਾਂ। ਤੇ ਅਸੀਂ ਆਪਣੀ ਇਮੈਜੀਨੇਸ਼ਨ ਨਾਲ ਉਹਨੂੰ ਕਹਿੰਦੇ ਹਾਂ ਕਿ ਅੱਛਾ ਜਿਹੜੀ ਕਹਾਣੀ ਮੈਨੂੰ ਮੇਰੇ ਗੁਆਂਢ ਦੀ ਕਹਾਣੀ ਹੈ, ਇਹ ਕਿਸੇ ਦੇ ਘਰ ਦੀ ਵੀ ਕਹਾਣੀ ਹੋ ਸਕਦੀ ਹੈ। ਉਹਦੇ ਨਾਲ 3-4 ਘਰਾਂ ਦੀਆਂ ਕਹਾਣੀਆਂ ਨੂੰ ਜੋੜ ਕੇ ਇੱਕ ਘਰ ਦੀ ਕਹਾਣੀ ਬਣਾ ਕੇ ਫਿਰ ਉਹਨੂੰ ਪੇਸ਼ ਵੀ ਕਰ ਲਈਦਾ। ਕਈ ਵਾਰੀ ਕੁਝ ਕਹਾਣੀਆਂ ਆਲਰੇਡੀ ਸਾਨੂੰ ਮੈਗਜ਼ੀਨਾਂ 'ਚ ਮਿਲ ਜਾਂਦੀਆਂ, ਵੱਡੇ ਲੇਖਕਾਂ ਦੀਆਂ ਕਹਾਣੀਆਂ ਹੁੰਦੀਆਂ, ਉਹ ਸਾਨੂੰ ਇਨਸਪਾਇਰ ਕਰਦੀਆਂ ਨੇ ਕਿ ਅਸੀਂ ਉਹਦਾ ਨਾਟਕੀ ਰੂਪ ਪੇਸ਼ ਕਰੀਏ। ਕਵਿਤਾ ਸਾਨੂੰ ਇਨਸਪਾਇਰ ਕਰਦੀ ਹੈ ਕਿ ਅਸੀਂ ਕਵਿਤਾ ਦਾ ਮੰਚਨ ਕਰੀਏ। ਕੋਈ ਫਿਲਮ ਸਕ੍ਰਿਪਟ ਨੂੰ ਵੀ ਮੈਂ ਸਟੇਜ ਤੇ ਖੇਡਿਆ ਹੋਇਆ, ਮੈਂ ਪੇਂਟਿੰਗ ਨੂੰ ਵੀ ਸਟੇਜ ਦੇ ਉੱਤੇ ਖੇਡਿਆ ਹੋਇਆ ਵਾ, ਮੈਂ ਨਾਵਲਾਂ ਨੂੰ ਸਟੇਜ ਦੇ ਉੱਤੇ ਖੇਡਿਆ ਹੋਇਆ ਹੈ ਨਾ। ਮੈਂ ਤੇ ਸਭ ਤੋਂ ਔਖਾ ਕਿਸ ਚੀਜ਼ ਨੂੰ ਖੇਡਣਾ? ਮੇਰਾ ਖਿਆਲ ਇਹਨਾਂ 'ਚ ਕੋਈ ਵੀ ਚੀਜ਼ ਔਖੀ ਨਹੀਂ ਹੈ, ਬਸ ਕ੍ਰੀਏਟਿਵ ਹੋਣਾ ਚਾਹੀਦਾ, ਕ੍ਰੀਏਟਿਵ ਹੋਣਾ ਚਾਹੀਦਾ। ਮੈਨੂੰ ਜਦੋਂ ਲੱਗਦਾ ਹੈ ਕਿ ਮੇਰੀ ਇਸ ਕਹਾਣੀ ਵਿੱਚ, ਇਸ ਕਵਿਤਾ 'ਚ, ਇਸ ਨਾਵਲ 'ਚ, ਇਸ ਪੇਂਟਿੰਗ 'ਚ, ਇਸ ਨਾਟਕ 'ਚ ਕਿ ਮੇਰੀ ਸਪੇਸ ਹੈ, ਐਜ਼ ਏ ਡਾਇਰੈਕਟਰ ਮੈਨੂੰ ਆਪਣੀ ਸਪੇਸ ਨਜ਼ਰ ਆਉਂਦੀ ਹੈ ਕਿ ਮੈਂ ਕਿੱਥੇ ਖੜ ਕੇ ਗੱਲ ਕਰ ਰਿਹਾ ਵਾਂ ਦਰਸ਼ਕਾਂ ਦੇ ਨਾਲ, ਤੇ ਮੈਂ ਐਜ਼ ਏ ਡਾਇਰੈਕਟਰ ਕਿੱਥੇ ਨਜ਼ਰ ਆਉਣਾ ਇਹਦੇ ਵਿੱਚ, ਮੈਂ ਐਜ਼ ਏ ਡਿਜ਼ਾਈਨਰ ਕਿੱਥੇ ਨਜ਼ਰ ਆਉਣਾ। ਤੇ ਉਸ ਵੇਲੇ ਮੈਂ ਫਿਰ ਉਸ ਚੀਜ਼ ਨੂੰ ਚੁਣ ਲੈਣਾ ਤੇ ਦਰਸ਼ਕਾਂ ਦੇ ਸਾਹਮਣੇ ਫਿਰ ਮੈਂ ਪੇਸ਼ ਕਰਦਾ ਉਹਦੀ ਤਿਆਰੀ ਕਰਕੇ। ਸੋ ਚੀਜ਼ਾਂ ਤੁਹਾਨੂੰ ਇਨਸਪਾਇਰ ਕਰਦੀਆਂ ਨੇ ਕਿ ਸਾਨੂੰ ਖੇਡ ਸਾਨੂੰ ਦਰਸ਼ਕਾਂ ਤੱਕ ਲੈ ਕੇ ਜਾ। ਇਹ ਕਲਪਨਾ ਦੀ ਉਡਾਰੀ ਜਿਹੜੀ ਹੈ, ਇਹ ਮਤਲਬ ਕਿਸੇ ਨੂੰ ਨਸੀਬ ਹੁੰਦੀ ਹੈ। ਔਰ ਵੱਡੀ ਗੱਲ ਹੈ ਕਿ ਤੁਸੀਂ ਤਕਰੀਬਨ ਸਾਰੇ ਨਾਟਕਕਾਰਾਂ ਨੂੰ ਖੇਡਿਆ, ਔਰ ਹਰ ਇੱਕ ਨਾਟਕਕਾਰ ਦੀ ਇੱਕ ਆਪਣੀ ਕਲਪਨਾ ਹੁੰਦੀ ਹੈ, ਆਪਣੀ ਸੋਚ ਹੁੰਦੀ ਹੈ, ਉਹਨੇ ਕਿਸ ਚੀਜ਼ ਨੂੰ ਮੁੱਖ ਰੱਖ ਕੇ ਲਿਖਿਆ ਹੁੰਦਾ ਹੈ, ਉਹਨੂੰ ਡਾਇਰੈਕਸ਼ਨ ਦੇ ਵਿੱਚ ਦਿਖਾਉਣਾ ਹੈ ਨਾ। ਉਹ ਤੁਸੀਂ ਉਹਦੀ ਕਲਪਨਾ ਤੱਕ ਪਹੁੰਚਣਾ ਬੜੀ ਵੱਡੀ ਗੱਲ ਹੈ। ਤੇ ਤੁਹਾਨੂੰ ਕਿਸ ਨਾਟਕਕਾਰ ਨੂੰ ਖੇਡ ਕੇ ਜ਼ਿਆਦਾ ਸਹਿਜ ਮਹਿਸੂਸ ਹੁੰਦਾ ਕਿ ਇਹਦੀ ਤੇ ਮੇਰੀ ਕਲਪਨਾ ਜਿਹੜੀ ਹੈ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹਾਂ ਇਹ ਅਲੱਗ-ਅਲੱਗ ਕੁਝ ਲੋਕ, ਕੁਝ ਨਾਟਕਕਾਰ ਦੇ ਜਿਹੜੇ ਸ਼ੈਲੀ ਦੇ ਲਿਹਾਜ਼ ਤੋਂ ਕਾਫੀ ਤੁਹਾਨੂੰ ਇਨਸਪਾਇਰ ਕਰਦੇ ਆ, ਕੋਈ ਭਾਸ਼ਾ ਦੇ ਲਿਹਾਜ਼ ਤੋਂ, ਕੋਈ ਕਈਆਂ ਦੀ ਨਾਟਕੀਅਤਾ ਜਿਹੜੀ ਹੈ ਉਹ ਤੁਹਾਨੂੰ ਬੜੀ ਪ੍ਰਭਾਵਿਤ ਕਰਦੀ ਹੈ ਨਾ। ਜਿਵੇਂ ਸ਼ੇਕਸਪੀਅਰ ਹੋਏਗਾ ਤੇ ਸ਼ੇਕਸਪੀਅਰ ਨੂੰ ਖੇਡਣ ਵਾਸਤੇ ਅਸੀਂ ਸਾਨੂੰ ਮੈਨੂੰ ਲੱਗਦਾ ਕਿ ਉਹ 'ਚ ਇੰਨਾ ਡਰਾਮਾ ਹੁੰਦਾ ਉਹਦੇ ਨਾਟਕਾਂ ਦੇ ਵਿੱਚ, ਉਹ ਤੁਹਾਨੂੰ ਬੜਾ ਉਹਦੀ ਪੋਇਟਰੀ ਇੰਨੀ ਤੁਹਾਨੂੰ ਪ੍ਰਭਾਵਿਤ ਕਰੇਗੀ। ਉਹਦੇ ਵਿੱਚ ਕਈ ਮਨੁੱਖੀ ਸੰਵੇਦਨਾਵਾਂ ਇੱਦਾਂ ਦੀਆਂ ਹੁੰਦੀਆਂ ਤੇ ਉਹ ਮੈਨੂੰ ਬੜੀਆਂ ਨੇੜੇ ਲੱਗਦੀਆਂ ਤੇ ਮੈਨੂੰ ਲੱਗਦਾ ਕਿ ਇਹ ਮੇਰਾ ਫੇਵਰੇਟ ਹੈ ਨਾ। ਤੇ ਮੈਨੂੰ ਫਿਰ ਲੱਗੇਗਾ ਅੱਛਾ ਨਹੀਂ ਹੁਣ ਮੇਰਾ ਬਲਵੰਤ ਗਾਰਗੀ ਫੇਵਰੇਟ ਹੈ ਕਿਉਂਕਿ ਇਹਦੇ ਕੋਲ ਭਾਸ਼ਾ ਦਾ ਬੜਾ ਕਮਾਲ ਹੈ ਨਾ। ਇਹ ਇਹੋ ਜਿਹੇ ਕਰੈਕਟਰ ਚੁਣਦਾ ਬਲਵੰਤ ਗਾਰਗੀ ਕਿ ਜਿਹੜੇ ਇੰਨੇ ਜ਼ਿਆਦਾ ਕਹਿ ਲਓ ਕਿ ਉਹਨਾਂ ਦਾ ਪਿਛੋਕੜ, ਉਹਨਾਂ ਦੀਆਂ ਜਿਹੜੀਆਂ ਸਿਮਰਤੀਆਂ ਨੇ, ਉਹਨਾਂ ਦੀ ਜਿਹੜੀਆਂ ਆਪਣੀਆਂ ਜਿਗਿਆਸਾ ਨੇ ਕਰੈਕਟਰਸ ਦੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਨੇ। ਤਾਂ ਤੁਸੀਂ ਮੈਂ ਉਸ ਨੂੰ ਬਲਵੰਤ ਗਾਰਗੀ ਨੂੰ ਚੁਣਦਾ। ਫਿਰ ਕਈ ਵਾਰੀ ਮੈਨੂੰ ਲੱਗਦਾ ਕਿ ਨਹੀਂ ਗੁਰਸ਼ਰਨ ਸਿੰਘ ਮੇਰਾ ਫੇਵਰੇਟ ਇਸ ਲਈ ਹੈ ਕਿ ਗੁਰਸ਼ਰਨ ਸਿੰਘ ਬੜੀ ਸਿੱਧੀ ਸਪਸ਼ਟ ਗੱਲ ਕਰਦਾ ਹੈ। ਉਹ ਕਹਿੰਦਾ ਕਿ ਨਹੀਂ ਇੱਥੇ ਅਨਿਆਂ ਦੀ ਗੱਲ ਹੈ ਤੇ ਇੱਥੇ ਚੰਗੇ ਸਮਾਜ ਨੂੰ ਬਣਾਉਣ ਦੀ ਗੱਲ ਹੈ, ਮੈਂ ਇਹ ਗੱਲ ਕਰਨੀ ਹੈ। ਤੇ ਉਦੋਂ ਫਿਰ ਮੈਂ ਗੁਰਸ਼ਰਨ ਸਿੰਘ ਨੂੰ ਵੀ ਚੁਣਦਾ, ਫਿਰ ਮੇਰੇ ਉਹ ਫੇਵਰੇਟ ਬਣ ਜਾਂਦੇ ਆ। ਫਿਰ ਮੈਨੂੰ ਜਦੋਂ ਲੱਗਦਾ ਵੀ ਹਾਂ ਨਹੀਂ ਵੀ ਸਵਰਾਜ ਵੀਰ ਮੇਰਾ ਬਹੁਤ ਫੇਵਰੇਟ ਹੈ, ਇਸੇ ਲਈ ਮੈਂ ਬਾਰ-ਬਾਰ ਸਵਰਾਜ ਵੀਰ ਨੂੰ ਖੇਡਦਾ ਵਾ। ਤੇ ਸਵਰਾਜ ਵੀਰ ਦਾ ਹਰ ਨਾਟਕ ਹੀ ਮੈਨੂੰ ਆਪਣੇ ਵੱਲ ਨੂੰ ਖਿੱਚਦਾ ਵਾ ਤੇ ਉਹ 'ਚ ਮੈਨੂੰ ਹਰ ਨਾਟਕ ਉਹਦੇ ਵਿੱਚ ਸਾਰਾ ਕੁਝ ਮਿਲਦਾ। ਉਹਦੇ ਨਾਟਕਾਂ 'ਚ ਨਾਟਕੀਤਾ ਹੈ, ਉਹਦੇ ਨਾਟਕਾਂ 'ਚ ਕਵਿਤਾ ਹੈ, ਉਹਦੇ ਨਾਟਕਾਂ ਦੇ ਵਿੱਚ ਗੀਤ, ਉਹਦੇ ਨਾਟਕਾਂ ਦੇ ਵਿੱਚ ਭਾਸ਼ਾ ਹੈ, ਉਹਦੇ ਨਾਟਕਾਂ 'ਚ ਉਹੀ ਸੰਵੇਦਨਾ ਹੈ, ਉਹਦੇ ਨਾਟਕਾਂ 'ਚ
ਫਿਕਰ ਨੇ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਰੰਗਮੰਚ ਨੂੰ ਸੂਟ ਕਰਦੀਆਂ ਨੇ, ਮੈਨੂੰ ਸੂਟ ਕਰਦੀਆਂ ਨੇ, ਮੇਰੀ ਸਪੇਸ ਨੂੰ ਸੂਟ ਕਰਦੀਆਂ ਨੇ ਕਿ ਇਹ ਸਪੇਸ ਮੈਨੂੰ ਸਵਰਾਜ ਵੀਰ ਦੇ ਨਾਟਕਾਂ 'ਚ ਲੱਭਦੀ ਹੈ, ਇਹ 'ਚ ਡਿਜ਼ਾਈਨਿੰਗ ਮੈਨੂੰ ਲੱਭਦੀ ਹੈ। ਸੋ ਇਸ ਤਰ੍ਹਾਂ ਮੈਂ ਇਹ ਨਾਟਕਾਂ ਦੀ ਚੋਣ ਗੱਲ ਕੀ ਕਿ ਸਰ ਦੀ ਕਲਪਨਾ ਜਿਹੜੀ ਹੈ ਹਰ ਨਾਟਕਕਾਰ ਨਾਲ ਪਰਮਾਤਮਾ ਨੇ ਇਹਨਾਂ ਨੂੰ ਇੰਨਾ ਹੁਨਰ ਬਖਸ਼ਿਆ ਹੋਇਆ ਹੈ ਕਿ ਹਰ ਨਾਟਕਕਾਰ ਨਾਲ ਮੈਚ ਕਰ ਜਾਂਦੀ ਹੈ। ਗੱਲ ਇਹ ਹੈ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈ, ਬੜੀ ਵਧੀਆ ਗੱਲ ਹੈ। ਸਰ ਜਦੋਂ ਤੁਸੀਂ ਰੰਗਮੰਚ ਸਟਾਰਟ ਕੀਤਾ ਤੇ ਅੱਜ ਤੱਕ ਪਹੁੰਚਦੇ ਆ ਹੁਣ ਵਾਲੇ ਰੰਗਮੰਚ ਵਿੱਚ ਦੋਨਾਂ ਵਿੱਚ ਕਿੰਨਾ ਕੁ ਫਰਕ ਮਹਿਸੂਸ ਕਰਦੇ ਹੋ ਤੇ ਕਿੰਨਾ ਕੁ ਜੁੜਾਵ ਕਿ ਅਜੇ ਵੀ ਕਿਤੇ ਨਾ ਕਿਤੇ ਅਸੀਂ ਉੱਥੇ ਜੁੜੇ ਹੋਏ ਹਾਂ? ਫਰਕ ਤਾਂ ਖੈਰ ਬਹੁਤ ਜ਼ਿਆਦਾ ਵਾ। ਜਿਹੜਾ ਸਾਡਾ ਇੱਕ ਸਮਾਂ ਸੀਗਾ ਜਦੋਂ ਅਸੀਂ ਸ਼ੁਰੂਆਤ ਕੀਤੀ ਔਰ ਉਸ ਦੌਰ ਤੋਂ ਕੁਝ ਦੌਰ ਅੱਗੇ ਤੱਕ ਚੱਲਦਿਆਂ ਹੋਇਆ ਕਮਿਟਮੈਂਟ ਦਾ ਦੌਰ ਸੀਗਾ, ਜਿਹੜੀ ਕਮਿਟਮੈਂਟ ਹੁਣ ਖਤਮ ਹੋ ਗਈ ਤੇ ਹੁਣ ਦੇ ਰੰਗਮੰਚ ਦੇ ਵਿੱਚੋਂ ਜਿਹੜੀ ਹੁਣ ਜਿਹੜੇ ਆਉਂਦੇ ਆ ਉਹਨਾਂ ਦੇ ਨਿਸ਼ਾਨੇ ਹੋਰ ਨੇ। ਉਹ ਕਲਾਕਾਰ ਚਾਹੁੰਦੇ ਨੇ ਕਿ ਅਸੀਂ ਕਈ ਆਉਂਦੇ ਆ ਕਿ ਸਰ ਅਸੀਂ ਨਾਟਕ ਕਰਨਾ ਹੈ। ਮੈਂ ਪੁੱਛਦਾ ਕਿਉਂ ਕਰਨਾ, ਕਹਿੰਦੇ ਅਸੀਂ ਬਹੁਤ ਅੱਗੇ ਜਾਣਾ। ਅੱਗੇ ਕਿੱਥੇ ਜਾਣਾ? ਫਿਲਮਾਂ ਤੱਕ ਜਾਣਾ। ਉਹਨਾਂ ਦਾ ਇਹੀ ਹੈ ਵੀ ਰੰਗਮੰਚ ਨੂੰ ਇੱਕ ਪੌੜੀ ਬਣਾ ਕੇ ਫਿਰ ਉਹਨਾਂ ਨੇ ਉਧਰਲੇ ਪਾਸੇ ਜਾਣਾ। ਫਿਲਮਾਂ ਕਰਨੀਆਂ, ਮੈਂ ਕਹਿੰਦਾ ਕੋਈ ਬੁਰੀ ਗੱਲ ਨਹੀਂ, ਕਰਨੀਆਂ ਚਾਹੀਦੀਆਂ ਨੇ। ਫਿਲਮਾਂ ਚੰਗਾ ਇੱਕ ਮਾਧਿਅਮ ਹੈ, ਮੈਨੂੰ ਖੁਦ ਨੂੰ ਫਿਲਮ ਦੇਖਣੀ ਬੜੀ ਚੰਗੀ ਲੱਗਦੀ ਹੈ। ਤੇ ਪਰ ਮੈਨੂੰ ਹੁੰਦਾ ਕਿ ਜਿਹੜੀ ਰੰਗਮੰਚ ਲਈ ਇੱਕ ਕਮਿਟਮੈਂਟ ਹੈ, ਰੰਗਮੰਚ ਉਹ ਲੋਕ ਹੀ ਕਰ ਸਕਦੇ ਆ ਜਿਨ੍ਹਾਂ ਦੇ ਅੰਦਰ ਕੁਝ ਧੁਖਦਾ ਹੋਏਗਾ, ਜਿਨ੍ਹਾਂ ਦੇ ਅੰਦਰ ਕੁਝ ਬਲਦਾ ਹੋਏਗਾ, ਜਿਨ੍ਹਾਂ ਦੇ ਅੰਦਰ ਕੁਝ ਜਿਗਿਆਸਾ ਹੋਏਗੀ, ਜਿਨ੍ਹਾਂ ਦੇ ਅੰਦਰ ਕੋਈ ਕਮਿਟਮੈਂਟ ਹੋਏਗੀ ਸਮਾਜ ਲਈ, ਉਹ ਲੋਕ ਫਿਰ ਰੰਗਮੰਚ। ਸੋ ਉਹ ਕਮਿਟਮੈਂਟ ਜਿਹੜੀ ਖਤਮ ਹੋਈ ਹੈ ਨਾ, ਉਹਨੇ ਕਾਫੀ ਜ਼ਿਆਦਾ ਔਰ ਇੱਕ ਹੈ ਕਿ ਵਪਾਰੀਕਰਨ ਬਹੁਤ ਹੋਇਆ ਜੀ ਇਸ ਸਾਰੇ ਦੌਰ ਦੇ ਵਿੱਚ ਕਿ ਨਵੇਂ ਤੋਂ ਨਵੇਂ। ਪਹਿਲਾਂ ਸਾਡੇ ਦੌਰ ਵਿੱਚ ਤਾਂ ਪਤਾ ਹੀ ਨਹੀਂ ਸੀ ਕਿ ਸਾਨੂੰ ਪੈਸਾ ਵੀ ਮਿਲਣਾ ਹੈ ਥੀਏਟਰ ਵਿੱਚ। ਹੁਣ ਜੇ ਨਵੇਂ ਆਉਂਦੇ ਬਾਅਦ ਵਿੱਚ ਹੈ, ਉਹ ਪੁੱਛਦੇ ਕਿ ਸਾਨੂੰ ਦਓਗੇ ਕੀ। ਉਹਨਾਂ ਨੂੰ ABC ਤੱਕ ਨਹੀਂ ਆਉਂਦੀ ਹੁੰਦੀ ਰੰਗਮੰਚ ਦੀ, ਹੈ ਨਾ। ਉਹ ਕੁਝ ਟ੍ਰੇਨਿੰਗ ਨਹੀਂ ਹੋਈ ਹੁੰਦੀ। ਸੋ ਇਹ ਬਹੁਤ ਫਰਕ ਹੈ। ਪਰ ਉਹਦੇ ਨਾਲ ਹੁਣ ਇੱਕ ਦੌਰ ਦਾ ਇੱਕ ਫਰਕ ਇਹ ਵੀ ਆਇਆ, ਦੂਜਾ ਜਿਹੜਾ ਪਲੱਸ ਪੁਆਇੰਟ ਹੈ ਉਹ ਇਹ ਹੈ ਵੀ ਹੁਣ ਟ੍ਰੇਨਿੰਗ ਹੋਣ ਲੱਗ ਪਈ। ਜਿਵੇਂ ਖਾਲਸਾ ਕਾਲਜ ਦੇ ਵਿੱਚ ਹੀ ਹੁਣ ਥੀਏਟਰ ਦੀ ਟ੍ਰੇਨਿੰਗ ਹੈ ਨਾ। ਇੱਥੇ ਹੋਰ ਕਈ ਕਾਲਜਾਂ ਦੇ ਵਿੱਚ ਥੀਏਟਰ ਦੀ ਟ੍ਰੇਨਿੰਗ ਹੈ, ਯੂਨੀਵਰਸਿਟੀਆਂ ਦੇ ਵਿੱਚ ਥੀਏਟਰ ਡਿਪਾਰਟਮੈਂਟ ਨੇ, ਹੈ ਨਾ। ਇਹ ਵੀ ਇੱਕ ਪਲੱਸ ਪੁਆਇੰਟ ਹੈ ਕਿ ਲੋਕੀ ਥੀਏਟਰ ਦੀ ਟ੍ਰੇਨਿੰਗ ਲੈ ਕੇ ਇਹ ਆ ਰਹੇ ਨੇ। ਪਰ ਉਹਦੇ ਵਿੱਚੋਂ ਇੱਕ ਪੁਆਇੰਟ ਜਿਹੜਾ ਘਟ ਜਾਂਦਾ ਹੈ ਕਿ ਉਹ ਟ੍ਰੇਨਿੰਗ ਲੈ ਕੇ ਫਿਰ ਫਿਲਮਾਂ ਵੱਲ ਦੌੜਦੇ। ਮੈਨੂੰ ਇਹ ਹੁੰਦਾ ਕਿ ਜਿਹੜੇ ਹੁਣ ਮੈਂ ਹਮੇਸ਼ਾ ਸਟੂਡੈਂਟਸ ਨੂੰ ਕਹਿੰਦਾ ਕਿ ਤੁਸੀਂ ਰੰਗਮੰਚ ਲਈ ਆਉਂਦੇ ਹੋ ਤਾਂ ਤੁਹਾਡੇ ਕੋਲ ਇਹਦੀ ਵੀ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਰੰਗਮੰਚ ਲਈ ਸਪੈਸ਼ਲਾਈਜੇਸ਼ਨ ਜਿਹੜੀ ਕਰੋ, ਤੁਹਾਡੇ ਕੋਲ ਐਕਟਿੰਗ ਦੀ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈ, ਕ੍ਰਾਫਟ ਦੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਪਲੇ ਰਾਈਟਿੰਗ ਦੀ ਹੋਣੀ ਚਾਹੀਦੀ ਹੈ। ਜਿਵੇਂ ਡਾਕਟਰ ਬਣਨ ਵਾਸਤੇ MBBS ਕਰਦੇ ਨੇ, MD ਕਰਦੇ ਆ, ਟੀਚਰ ਬਣਨ ਲਈ B.Ed M.Ed ਕਰਦੇ ਆ, PhDਆਂ ਕਰਦੇ ਨੇ। ਤੇ ਕੋਈ ਇੰਜੀਨੀਅਰ ਬਣਨ ਵਾਸਤੇ ਤੁਸੀਂ B.Tech ਕਰਦੇ ਹੋ, M.Tech ਕਰਦੇ ਹੋ। ਤੇ ਨਾਟਕਕਾਰ ਬਣਨ ਲਈ ਜਾਂ ਰੰਗਮੰਚ ਕਰਨ ਲਈ ਤੁਸੀਂ ਟ੍ਰੇਨਿੰਗ ਕਿਉਂ ਨਹੀਂ ਲੈਂਦੇ? ਤੁਸੀਂ ਇਹ ਕਿਉਂ ਸੋਚਦੇ ਹੋ ਕਿ ਐਵੇਂ ਹੋ ਜਾਏਗਾ? ਰੰਗਮੰਚ ਐਵੇਂ ਨਹੀਂ ਹੈ, ਰੰਗਮੰਚ ਐਵੇਂ ਨਹੀਂ ਹੋ ਸਕਦਾ। ਰੰਗਮੰਚ ਵੀ ਉਸੇ ਤਰ੍ਹਾਂ ਦੀ ਇਜਾਦ ਹੈ ਜਿਸ ਤਰ੍ਹਾਂ ਕਦੀ ਕਿਸੇ ਮਨੁੱਖ ਨੇ 2 ਪੱਥਰ ਰਗੜ ਕੇ ਅੱਗ ਕੱਢੀ ਸੀ ਨਾ। ਇਹ ਉਸੇ ਤਰ੍ਹਾਂ ਦੀ ਸਾਇੰਸ ਹੈ, ਇਹ ਉਸੇ ਤਰ੍ਹਾਂ ਦੀ ਇਜਾਦ ਹੈ, ਇਹ ਉਸੇ ਤਰ੍ਹਾਂ ਦੀ ਇੰਪੋਰਟੈਂਸ ਹੈ ਰੰਗਮੰਚ ਦੀ। ਜਿਵੇਂ ਤੁਹਾਡੇ ਕੋਲ ਡਾਕਟਰੀ ਦੀ ਡਿਗਰੀ, ਇੰਜੀਨੀਅਰਿੰਗ ਦੀ ਡਿਗਰੀ ਹੈ, ਤੁਹਾਡੇ ਕੋਲ ਟੀਚਿੰਗ ਦੀ ਡਿਗਰੀ ਹੈ, ਇਹ ਰੰਗਮੰਚ ਵੀ ਉਨਾ ਇੰਪੋਰਟੈਂਟ ਹੈ। ਸੋ ਉਸੇ ਨਜ਼ਰ ਨਾਲ, ਉਸੇ ਇੱਜ਼ਤ ਨਾਲ ਤੁਸੀਂ ਵੇਖੋਗੇ, ਤੁਸੀਂ ਇਹਨੂੰ ਇੱਜ਼ਤ ਦਿਓਗੇ ਤੇ ਤਾਂ ਹੀ ਜਿਹੜੀ ਸਮਾਜ ਵੀ ਇਹਨੂੰ ਉਨੀ ਇੱਜ਼ਤ ਦੇ। ਬਿਲਕੁਲ, ਬੜੀ ਖੂਬਸੂਰਤ ਗੱਲ ਕਹੀ ਸਰ ਨੇ ਕਿ ਮੈਨੂੰ ਲੱਗਦਾ ਹੁੰਦਾ ਕਿ ਸਭ ਤੋਂ ਔਖੀ ਹੁੰਦੀ ਹੈ ਕਲਪਨਾ ਦੀ ਉਡਾਰੀ, ਕਿਉਂਕਿ ਉਹਦੇ ਵਿੱਚ ਤੁਸੀਂ ਕਿੱਥੇ ਕੀ ਲੈ ਕੇ ਆਉਣਾ ਹੈ, ਕਿੱਥੇ ਕੀ ਰੱਖਣਾ ਹੈ, ਕਿੱਥੇ ਕੀ ਸਜਾਉਣਾ ਹੈ, ਕਿਵੇਂ ਤੁਸੀਂ ਹੱਸਣਾ ਹੈ, ਕਿਵੇਂ ਰੋਣਾ ਹੈ। ਇਹ ਚੀਜ਼ਾਂ ਹੀ ਤਾਂ ਦਰਸ਼ਕਾਂ ਦੇ ਸਾਹਮਣੇ ਬੈਠ ਕੇ ਦਿਖਾਉਣੀਆਂ ਸਭ ਤੋਂ ਮੁਸ਼ਕਲ ਹੁੰਦੀਆਂ ਨੇ। ਤੇ ਸਰ ਮੈਨੂੰ ਵੇਖਣ ਚ ਆਉਂਦਾ ਹੁੰਦਾ ਕਿ ਫਿਲਮਾਂ ਦੇ ਵਿੱਚ ਅੱਜ ਕੱਲ੍ਹ ਐਕਟਿੰਗ ਨਹੀਂ ਹੈ, ਬਸ ਚਿਹਰੇ ਵਿਕਦੇ ਨੇ ਥੋੜੇ ਜਿਹੇ, ਐਕਟਿੰਗ ਤੇ ਕਿਤੇ ਨਹੀਂ ਹੁੰਦੀ ਹੈ ਨਾ। ਤੇ ਉਹ ਚੀਜ਼ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਐਕਚੁਅਲੀ ਮੈਂ ਫਿਲਮਾਂ ਵਾਲਿਆਂ ਨੂੰ ਨਾ ਬਹੁਤਾ ਕੁਝ ਕਹਿ ਨਹੀਂ ਸਕਦਾ। ਜੇ ਪੰਜਾਬੀ ਫਿਲਮ ਇੰਡਸਟਰੀ 'ਚ ਲਗਭਗ 50% ਉਹ ਐਕਟਰ ਨੇ ਜਿਹੜੇ ਮੇਰੇ ਕੋਲ ਕੰਮ ਕਰਦੇ ਰਹੇ, ਯਾਨੀ ਜਾਂ ਥੀਏਟਰ ਵਰਕਸ਼ਾਪ 'ਚ ਮੇਰੇ ਕੋਲ ਆਏ, ਟ੍ਰੇਨਿੰਗ ਲਈ ਆਏ, ਜਾਂ ਮੇਰੇ ਥੀਏਟਰ ਗਰੁੱਪ 'ਚ ਕੰਮ ਕਰਦੇ ਰਹੇ। ਤੇ ਮੈਨੂੰ ਉਹਨਾਂ ਨੂੰ ਵੇਖਣਾ ਚੰਗਾ ਲੱਗਦਾ ਹੁੰਦਾ ਕਿ ਫਿਲਮਾਂ 'ਚ ਕੰਮ ਕਰਦੇ ਪਏ ਨੇ, ਉਹਨਾਂ ਦੀ ਅਦਾਕਾਰੀ। ਪਰ ਉੱਦਾਂ
ਜੇ ਸਬਜੈਕਟ ਵਾਈਜ਼ ਦੇਖੀਏ ਕਿ ਚੰਗੇ ਐਕਟਰ ਨੇ ਸਾਡੇ ਕੋਲ, ਐਕਟਰਾਂ ਦੀ ਕੋਈ ਜੀ, ਕਮੀ ਨਹੀਂ ਹੈ, ਪਰ ਫਿਰ ਵੀ ਸਬਜੈਕਟ ਵਾਈਜ਼ ਦੇਖੀਏ ਤੇ ਪੰਜਾਬੀ ਫਿਲਮਾਂ ਦੀ ਹਾਲਤ ਕੋਈ ਬਹੁਤ ਅੱਛੀ ਹੈ। ਤੇ ਉਹ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਤੁਸੀਂ 5 ਫਿਲਮਾਂ ਵੇਖ ਲਓ, ਉਹੀ 3-4 ਹਸਾਉਣ ਵਾਲਿਆਂ ਦੀ ਜੋੜੀ ਹੁੰਦੀ ਹੈ ਤੇ ਉਹੀ ਫਿਲਮਾਂ ਬਾਰ-ਬਾਰ ਜਿਹੜੀਆਂ ਲੱਗਦਾ ਵੀ ਸਾਰੀਆਂ ਫਿਲਮਾਂ ਇੱਕੋ ਜਿਹੀਆਂ ਹੀ ਨੇ, ਇੱਕੋ ਹੀ ਸਟੋਰੀ ਹੈ ਸ਼ਾਇਦ ਸਾਰੀਆਂ ਫਿਲਮਾਂ ਦੀ। ਜਿਹੜੀ ਪਹਿਲੇ ਦੇਖੋ ਤੁਸੀਂ ਪਹਿਲੇ ਦੌਰ ਦੀਆਂ ਫਿਲਮਾਂ ਦੇ ਵਿੱਚ ਇੱਕ ਹੀਰੋ ਹੁੰਦਾ ਸੀ, ਇੱਕ ਹੀਰੋਇਨ ਹੁੰਦੀ ਸੀ, ਇੱਕ ਵਿਲਨ ਹੁੰਦਾ ਸੀ, ਇੱਕ ਕਮੇਡੀਅਨ ਹੁੰਦਾ ਸੀ। ਪਰ ਹੁਣ ਕੀ ਹੈ, ਹੁਣ ਹੀਰੋ ਹੀ ਜਿਹੜਾ ਉਹ ਵੀ ਕਮੇਡੀ ਕਰਦਾ, ਹੀਰੋਇਨ ਵੀ ਕਮੇਡੀ ਕਰਦੀ, ਹੀਰੋ ਦੀ ਮਾਂ ਵੀ ਕਮੇਡੀ ਕਰਦੀ, ਪਿਓ ਵੀ ਕਮੇਡੀ ਕਰਦਾ, ਉਹਨਾਂ ਦਾ ਨੌਕਰ ਵੀ ਕਮੇਡੀ ਕਰਦਾ, ਸਾਰਾ ਪਿੰਡ ਹੀ ਕਮੇਡੀ ਕਰ ਰਿਹਾ ਹੁੰਦਾ। ਬੱਸ ਵਾਲਾ ਵੀ ਕਮੇਡੀ ਕਰਦਾ, ਡਰਾਈਵਰ ਵੀ ਕਮੇਡੀ ਕਰਦਾ, ਕੰਡਕਟਰ ਵੀ ਕਮੇਡੀ ਕਰਦਾ, ਸਵਾਰੀਆਂ ਵੀ ਕਮੇਡੀ ਕਰਦੀਆਂ। ਯਾਨੀ ਉਹ ਕਮੇਡੀਅਨਾਂ ਦੀ ਸਾਰੀ ਫਿਲਮ ਜਿਹੜੀ ਉਹ ਬਣੀ ਪਈ ਹੁੰਦੀ ਹੈ, ਹੈ ਨਾ। ਮੇਨ ਲੁਕ ਗਏ ਹੋਏ ਨੇ ਸੋਸਾਇਟੀ। ਜਿਹੜੀ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜੀ ਗੱਲ ਕਹਿਣੀ ਚਾਹੀਦੀ ਸੀ, ਪੰਜਾਬੀ ਫਿਲਮ ਇੰਡਸਟਰੀ ਕੋਲ ਪੈਸਾ ਵੀ ਹੈ, ਇਹਨਾਂ ਕੋਲ ਕਲਪਨਾ ਵੀ ਹੈਗੀ ਆ, ਇਹਨਾਂ ਕੋਲ ਤਾਕਤ ਵੀ ਹੈ, ਇਹ ਕਰ ਵੀ ਸਕਦੇ ਨੇ, ਚੰਗਾ ਟੈਲੈਂਟ ਵੀ ਹੈ, ਪਰ ਸਾਡੇ ਕੋਲ ਚੰਗੇ ਸਬਜੈਕਟ ਦੀ ਜਿਹੜੀ ਉਹ ਬਹੁਤ ਮਾਰ ਹੈ, ਵਗੀ ਹੈ ਸਾਡੇ ਪੰਜਾਬੀ ਸਿਨੇਮਾ ਨੂੰ। ਤੇ ਮੇਰੇ ਖਿਆਲ ਸ਼ਾਇਦ ਆਉਣ ਵਾਲਾ ਸਮਾਂ ਜਿਹੜਾ ਚੰਗਾ ਵੀ ਹੋਵੇ ਕਿ ਉਹਦੇ ਵਿੱਚ ਚੰਗੇ ਸਬਜੈਕਟ, ਇੱਕ ਪੈਰਲਲ ਸਿਨੇਮਾ ਉਦਾਂ ਦਾ ਤੁਰੇ, ਕਦੀ ਜਿਸ ਤਰ੍ਹਾਂ ਕਦੀ ਸ਼ਾਮ ਬੈਨਗਲ ਜਾਂ ਗੋਬਿੰਦ ਨਿਹਲਾਨੀ ਦਾ ਜਾਂ ਮਹੇਸ਼ ਭੱਟ ਦਾ ਬਿਗਨਿੰਗ ਦਾ ਜਿਹੜਾ ਪੈਰਲਲ ਸਿਨੇਮਾ ਤੁਰਿਆ ਸੀ, ਉਦਾਂ ਦਾ ਸਿਨੇਮਾ ਸਾਡੇ ਪੰਜਾਬੀ ਵਿੱਚ ਨਾਲ ਤੁਰੇ ਤੇ ਸ਼ਾਇਦ ਇੱਕ ਨਵੀਂ ਗੱਲ ਹੋ ਸਕੇ। ਹਾਂ। ਤੇ ਸਰ ਤੁਸੀਂ ਕਦੀ ਮੂਵੀ ਡਾਇਰੈਕਸ਼ਨ ਵੱਲ ਆਉਣ ਦਾ ਸੋਚਿਆ? ਨਹੀਂ, ਮੈਂ ਕਦੀ ਨਹੀਂ ਸੋਚਿਆ। ਮੈਂ ਸ਼ੁਰੂ ਵਿੱਚ ਮੈਂ ਕੁਝ ਕੰਮ ਕੀਤੇ ਸੀਗੇ ਐਜ਼ ਐਨ ਐਕਟਰ, ਮੈਂ ਕੁਝ ਕੰਮ ਕੀਤੇ ਸੀਗੇ, 1-2 ਹਿੰਦੀ ਫਿਲਮਾਂ ਸੀਗੀਆਂ, ਕੁਝ ਸੀਰੀਅਲ ਸੀ, ਕੁਝ ਡਾਕੂਮੈਂਟਰੀਜ਼, ਕੁਝ ਹੋਰ ਜਿਹੜੀਆਂ ਟੈਲੀਫਿਲਮਾਂ ਹੁੰਦੀਆਂ, ਇੱਕ ਮੇਰੀ ਤੇ ਭਗਵੰਤ ਮਾਨ ਦੀ, ਸਾਡੀ ਦੋਨਾਂ ਦਾ ਲੀਡਿੰਗ ਰੋਲ ਸੀਗਾ, ਉਹ ਵੀ ਬੜੀ ਫੇਮਸ ਸੀ। ਕਿ ਮੈਂ ਤਾਂ ਇਹ ਫਿਲਮ ਦੇ ਨਾਮ ਹੀ ਭੁੱਲ ਜਾਂਦੇ, ਕੁਲਫੀ ਗਰਮਾ ਗਰਮ ਹੈ ਨਾ, ਮੇਰੀ ਤੇ ਭਗਵੰਤ ਦੀ, ਉਹ ਹਾਲੇ ਬੜੀ ਹਿੱਟ ਹੋਈ ਸੀ, ਬੜੀ ਹਿੱਟ ਫਿਲਮ ਸੀਗੀ। ਤੇ ਪਰ ਉਹ ਮੈਂ ਉਦੋਂ ਸ਼ੁਰੂ 'ਚ ਕੰਮ ਕੀਤੇ, ਬਾਅਦ 'ਚ ਮੈਂ ਕੋਈ ਬਹੁਤੇ ਕੰਮ ਨਹੀਂ ਕਰ, ਕਿਉਂਕਿ ਮੈਂ ਥੀਏਟਰ ਹੀ ਇੰਨਾ ਕਰ ਰਿਹਾ ਸੀ ਕਿ ਮੈਨੂੰ ਜਿੰਨੀਆਂ ਵੀ ਆਫਰਾਂ, ਮੈਨੂੰ ਸਗੋਂ ਪੰਜਾਬੀ ਫਿਲਮਾਂ ਤੋਂ ਵੱਧ ਕੀ ਮੈਨੂੰ ਆਫਰਾਂ ਹੀ ਹਿੰਦੀ ਫਿਲਮਾਂ ਦੀਆਂ ਹੋਈਆਂ, ਜਿੰਨੀਆਂ ਨੈਸ਼ਨਲ ਲੈਵਲ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ। ਪਰ ਮੈਂ ਹਮੇਸ਼ਾ ਜਦੋਂ ਵੀ ਆਫਰ ਹੋਈ, ਸਰਕਾਰ ਵਰਗੀਆਂ ਫਿਲਮਾਂ ਦੀ ਵੀ ਆਫਰ ਹੋਈ, ਮੈਨੂੰ ਰੀਸੈਂਟਲੀ ਹੁਣ 3-4 ਲੋਕਡਾਊਨ ਦੇ ਵਿੱਚ, ਪਰ ਮੈਂ ਹਮੇਸ਼ਾ ਮੈਂ ਉਹਨਾਂ ਨੂੰ ਕਹਿੰਦਾ ਨਹੀਂ, ਮੈਂ ਰਿਹਰਸਲ 'ਚ ਬਿਜ਼ੀ ਹਾਂ, ਮੇਰੇ ਨਾਟਕਾਂ ਦੀਆਂ ਰਿਹਰਸਲਾਂ ਚੱਲ ਰਹੀਆਂ, ਮੇਰੇ ਸ਼ੋਅ ਚੱਲ ਰਹੇ ਆ, ਤੇ ਮੈਂ ਕਦੀ ਉਹਨਾਂ ਨੂੰ ਟਾਈਮ ਹੀ ਨਹੀਂ ਦੇ ਸਕਿਆ, ਮੈਂ ਕਦੀ ਫਿਲਮਾਂ ਕੀਤੀਆਂ ਨਹੀਂ। ਤੇ ਕਦੀ ਮੈਨੂੰ ਚੰਗਾ ਲੱਗਾ ਕਿ ਹਾਂ, ਆਹ ਸਬਜੈਕਟ ਜਿਹੜਾ ਵਾ ਇਹ ਮੈਂ ਫਿਲਮ ਵਿੱਚ ਹੀ ਕਰ ਸਕਦਾ ਵਾਂ, ਹੈਗੇ ਨੇ ਸਾਡੇ ਕੋਲ ਪੰਜਾਬੀ ਲਿਟਰੇਚਰ 'ਚ ਬਹੁਤ ਅੱਛੇ ਸਬਜੈਕਟ ਨੇ, ਤੇ ਮੈਂ ਕਦੀ ਜ਼ਰੂਰ ਬਣਾਵਾਂਗਾ ਵੀ ਫਿਲਮ ਬਣਾਵਾਂਗੇ ਮੈਂ। ਕਿਉਂਕਿ ਮੈਂ ਜਿੱਥੋਂ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ, ਮੈਂ ਤੁਹਾਨੂੰ ਇਹ ਵੀ ਦੱਸਾਂ, ਮੈਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਵੀ ਪਾਸ ਕੀਤਾ, ਜਿਹੜਾ FTI ਪੂਨਾ ਦਾ ਜਿਹੜਾ ਕਿ ਫਿਲਮ ਐਪਰੀਸੀਏਸ਼ਨ ਦਾ ਕੋਰਸ ਵੀ ਅਸੀਂ ਕੀਤਾ ਹੋਇਆ ਵਾ, ਔਰ ਮੈਂ ਬੰਗਲਾਦੇਸ਼ ਵੀ ਸਟੱਡੀ ਕੀਤਾ ਸਾਰਾ ਥੀਏਟਰ। ਮੈਂ ਬਾਦਲ ਸਰਕਾਰ ਕੋਲ 3rd ਥੀਏਟਰ ਮੈਂ ਕਲਕੱਤੇ ਰਹਿ ਕੇ ਸਟੱਡੀ ਕੀਤਾ, ਮੈਂ BV ਕਾਰੰਤ ਕੋਲ ਥੀਏਟਰ ਮਿਊਜ਼ਿਕ ਸਟੱਡੀ ਕੀਤਾ, ਮੈਂ ਕਨਹਾਈ ਲਾਲ ਕੋ ਮਨੀਪੁਰ 'ਚ ਰਹਿ ਕੇ ਮੈਂ ਮਾਰਸ਼ਲ ਆਰਟ ਦਾ ਮੈਂ ਜਿਹੜਾ ਕਿ ਉੱਥੋਂ ਮੈਂ ਟ੍ਰੇਨਿੰਗ ਲਈ। ਸੋ ਮੈਂ ਇੱਦਾਂ ਦੀਆਂ ਬੜੀਆਂ ਟ੍ਰੇਨਿੰਗਸ ਮੈਂ ਲਈਆਂ ਹੋਈਆਂ ਥੀਏਟਰ ਦੇ ਵਿੱਚ, ਜਿਹੜੀਆਂ ਅਲੱਗ-ਅਲੱਗ ਮੈਂ ਜਾ ਕੇ ਮਹੀਨਾ ਰਹਿ ਕੇ। ਬਿਲਕੁਲ ਬਿਲਕੁਲ, ਹਾਂ, ਫੁੱਲ ਟਾਈਮ ਮੈਂ ਇਸੇ ਕਰਕੇ ਫੁੱਲ ਟਾਈਮ ਥੀਏਟਰ ਕਰਦਾ। ਮੈਂ ਕਹਿੰਦਾ ਹੁੰਦਾ ਕਿ ਮੈਂ ਤੁਰਿਆ ਫਿਰਦਾ ਰੰਗਮੰਚ। ਬਿਲਕੁਲ ਸਰ, ਬਿਲਕੁਲ ਤੁਸੀਂ ਤੁਰੇ ਫਿਰਦੇ ਰੰਗਮੰਚ। ਤੇ ਸਰ ਬੈਲੈਂਸ ਕਿੱਦਾਂ ਬਣਦਾ ਹੈ, ਪ੍ਰੋਡਕਸ਼ਨ, ਡਾਇਰੈਕਸ਼ਨ, ਲਿਖਣਾ, ਸਾਰਾ ਕੁਝ ਪ੍ਰੈਜ਼ੀਡੈਂਟ ਹੋ ਤੁਸੀਂ? ਹਾਂ ਬਿਲਕੁਲ, ਇਹਨਾਂ ਸਾਰੀਆਂ ਚੀਜ਼ਾਂ। ਜਿੱਥੋਂ ਤੱਕ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਸਵਾਲ ਹੈ, ਮੈਂ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਪ੍ਰੈਜ਼ੀਡੈਂਟ ਹਾਂ। ਮੈਂ ਲਗਭਗ ਪਿਛਲੇ 7-8 ਸਾਲ ਤੋਂ ਜੀ, ਮੈਂ 2013 ਤੋਂ, ਯਾਨੀ ਕਿ ਮੈਂ ਉੱਥੇ ਪ੍ਰੈਜ਼ੀਡੈਂਟ ਹਾਂ। ਪਹਿਲੇ ਸਾਡੀ 3 ਸਾਲ ਦੀ ਟਰਮ ਸੀ, ਫਿਰ ਅਗਲੀ 3 ਸਾਲ ਦੀ ਟਰਮ ਸਾਨੂੰ ਮਿਲ ਗਈ, ਫਿਰ ਕੁਝ ਐਕਸਟੈਂਸ਼ਨ ਹੋਈ, ਹੁਣ ਫਿਰ ਅੱਗੇ ਸਾਨੂੰ 3 ਸਾਲ ਦੀ ਟਰਮ ਹੈ ਸਾਡੀ। ਤੇ ਉੱਥੇ ਰਹਿੰਦਿਆਂ ਹੋਇਆਂ ਮੈਂ ਇੰਨਾ ਜ਼ਰੂਰ ਕੀਤਾ ਕਿ ਜਿਹੜਾ ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਕਿਸੇ ਵੇਲੇ ਕੋਈ ਕੰਮ ਸੀ ਜਿਹੜਾ ਚੰਡੀਗੜ੍ਹ ਤੱਕ ਹੀ ਸੀਮਿਤ ਸੀਗਾ, ਤੇ ਫਿਰ ਮੈਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੰਜਾਬ ਸੰਗੀਤ ਨਾਟਕ ਅਕੈਡਮੀ ਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ, ਪੰਜਾਬ ਦੇ ਪਿੰਡਾਂ ਤੱਕ ਲੈ ਕੇ ਜਾਣਾ ਚਾਹੁੰਦਾ, ਕਿਉਂਕਿ ਇਹਦੇ ਪੈਸੇ ਦੇ ਉੱਤੇ ਪੰਜਾਬ ਦੇ ਲੋਕਾਂ ਦਾ ਹੱਕ ਹੈ ਤੇ ਪੰਜਾਬ ਦੇ ਪਿੰਡਾਂ 'ਚ ਕਲਚਰ ਜਾਣਾ ਚਾਹੀਦਾ। ਸੋ ਮੈਂ ਫਿਰ
ਪਿਛਲੇ ਸਮੇਂ ਦੇ ਵਿੱਚ ਲਗਭਗ ਮੈਂ ਕੋਈ ਕਹਿ ਲਓ ਕਿ 800,000 ਦੇ ਕਰੀਬ ਪ੍ਰੋਗਰਾਮ ਜਿਹੜੇ ਆ ਉਹ ਪੰਜਾਬ ਦੇ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਕੀਤੇ, ਜਿਹਦੇ ਵਿੱਚ ਉਹ ਨੁੱਕੜ ਨਾਟਕਾਂ ਦੇ ਰੂਪ ਵਿੱਚ ਵੀ ਕੀਤੇ, ਸੰਗੀਤ ਦੇ ਪ੍ਰੋਗਰਾਮ ਕੀਤੇ, ਨ੍ਰਿਤ ਦੇ ਪ੍ਰੋਗਰਾਮ ਕੀਤੇ, ਜਿਹੜੇ ਲੋਕ ਕਲਾਵਾਂ ਦੇ ਪ੍ਰੋਗਰਾਮ ਸੀ, ਢਾਡੀਆਂ ਦੇ, ਰਾਗੀਆਂ ਦੇ, ਕਵੀਸ਼ਰਾਂ ਦੇ, ਉਹ ਸਾਰੀਆਂ ਜਿਹੜੀਆਂ ਸਾਡੇ ਨਕਾਲ ਹੈ, ਪੰਡ ਮਰਾਸੀ ਹੈ, ਬਾਜੀਗਰ ਨੇ, ਹੈ ਨਾ, ਇਹ ਸਾਰੀਆਂ ਕਲਾਵਾਂ ਨੂੰ ਮੈਂ ਪਿੰਡਾਂ ਵਿੱਚ ਫਿਰ ਤੋਂ ਜਿਹੜਾ ਉਹਨਾਂ ਕਲਾਕਾਰਾਂ ਨੂੰ ਵੀ ਲੈ ਕੇ ਆਉਂਦਾ, ਜਿਹੜੇ ਘਰਾਂ 'ਚ ਬੈਠੇ ਹੋਏ ਸੀ ਵਿਚਾਰੇ, ਉਹਨਾਂ ਨੂੰ ਵੀ ਮੈਂ ਕੰਮ ਦਿੱਤਾ। ਮੈਂ ਕਿਹਾ ਤੁਸੀਂ ਆਓ ਕਰੋ, ਅਸੀਂ ਉਹਨਾਂ ਦੇ ਮੇਲੇ ਲਾਏ, ਹੈ ਨਾ, ਉਹਨਾਂ ਨੂੰ ਪਿੰਡਾਂ 'ਚੋਂ ਕੱਢ ਕੇ ਸ਼ਹਿਰਾਂ 'ਚ ਮੇਲੇ ਲਾਏ, ਜਿਹੜੇ ਸ਼ਹਿਰੀ ਕਲਾਕਾਰ ਸੀ ਉਹਨਾਂ ਨੂੰ ਅਸੀਂ ਪਿੰਡਾਂ ਵਿੱਚ ਭੇਜਿਆ, ਸਾਰੀ ਤਰ੍ਹਾਂ ਦੇ ਇੱਦਾਂ ਦੇ ਜਿਹੜੇ ਅਸੀਂ। ਸੋ ਇਹ ਮੈਂ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਅਹੁਦੇ 'ਤੇ ਰਹਿੰਦਿਆਂ ਇੱਦਾਂ ਦੇ ਕੰਮ ਮੈਂ ਕਰ ਸਕਿਆ। ਮੈਂ ਬਹੁਤ ਸਾਰਾ ਜਿਹੜਾ ਪੰਜਾਬੀ ਰੰਗਮੰਚ ਦਾ ਇਤਿਹਾਸ ਹੈ, ਸੰਗੀਤ ਦਾ ਇਤਿਹਾਸ ਹੈ, ਨ੍ਰਿਤ ਦਾ ਇਤਿਹਾਸ ਹੈ, ਉਹਨੂੰ ਕਿਤਾਬਾਂ ਦੇ ਰਾਹੀਂ ਅਸੀਂ ਸਾਂਭਿਆ, ਉਹ ਛਪਵਾਈਆਂ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ। ਲਗਭਗ ਮੇਰਾ ਖਿਆਲ ਹੈ ਕੋਈ 15 ਜਾਂ 20 ਕਿਤਾਬਾਂ ਦੇ ਵਿੱਚ ਅਸੀਂ ਇਹ ਇਤਿਹਾਸ ਸਾਂਭਿਆ। ਡਾਕੂਮੈਂਟਰੀਜ਼ ਬਣਵਾਈਆਂ ਅਸੀਂ, ਜਿਹੜੀਆਂ ਵੱਖ-ਵੱਖ ਸ਼ਖਸੀਅਤਾਂ ਸੀ, ਜਿਵੇਂ ਗੁਰਮੀਤ ਬਾਵਾ ਤੇ ਡਾਕੂਮੈਂਟਰੀ ਅਸੀਂ ਬਣਵਾਈ। ਉਮਾ ਗੁਰਬਖਸ਼ ਸਿੰਘ ਜਿਹੜੀ ਸਾਡੇ ਪਹਿਲੀ ਪੰਜਾਬੀ ਦੀ ਅਭਿਨੇਤਰੀ ਹੈ ਰੰਗਮੰਚ ਦੀ, ਉਹਨਾਂ ਦੀ ਹੁਣ ਡੈਥ ਹੋਈ ਪਿਛਲੇ ਸਾਲ, ਉਹਨਾਂ ਤੇ ਅਸੀਂ ਉਹਨਾਂ ਦੇ ਜੀਂਦੇ ਜੀ ਇੱਕ ਡਾਕੂਮੈਂਟਰੀ ਬਣਾ ਲਈ। ਜਤਿੰਦਰ ਕੌਰ ਦੇ ਉੱਤੇ ਬਣਾ ਲਈ, ਨੀਲਮ ਮਾਨ ਸਿੰਘ ਤੇ ਬਣਾਈ, ਦਵਿੰਦਰ ਦਮਨ ਉਹਨਾਂ ਦੇ ਉੱਤੇ ਅਸੀਂ ਬਣਾਈ। ਅਸੀਂ ਇੱਕ ਕੰਮ ਸਾਡਾ ਦੇ ਵਿੱਚ ਹੀ ਹੈ, ਸੁਰਿੰਦਰ ਕੌਰ ਜਿਹੜੀ ਸਾਡੀ ਲੋਕ ਗਾਇਕਾ, ਉਹਨਾਂ ਤੇ ਸ਼ੁਰੂ ਕੀਤੀ ਹੋਈ ਸੀ, ਉਹ ਸਾਡਾ ਦੇ ਵਿੱਚ ਹੀ ਹੈ ਕੰਮ, ਇਹਦੇ ਕੋਵਿਡ ਕਰਕੇ ਰਹਿ ਗਿਆ, ਉਹ ਵੀ ਕਰਾਂਗੇ ਅਸੀਂ ਅੱਗੇ। ਸੋ ਇੱਦਾਂ ਦੇ ਕੰਮ ਅਸੀਂ ਕੀਤੇ, ਇਸ ਅਹੁਦੇ ਤੇ ਰਹਿੰਦੇ ਆ, ਇਹ ਸਾਨੂੰ ਮੌਕਾ ਮਿਲਿਆ ਇੱਕ ਤੇ ਅਸੀਂ। ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਾਂਭ ਲਈਆਂ ਹੋਈਆਂ ਨੇ ਪੰਜਾਬ ਦੀਆਂ। ਤੇ ਸਰ ਜਿਹੜਾ 35 ਤੋਂ 40 ਸਾਲ ਦਾ ਇਹ ਥੀਏਟਰ ਦਾ ਸਫ਼ਰ ਕਦੀ ਕਦੀ ਲੱਗਾ ਹੋਵੇ ਕਿ ਨਹੀਂ? ਐਕਚੁਅਲੀ ਨਾ ਇੰਨਾ ਕ੍ਰੀਏਟਿਵ ਹੈ ਨਾ ਕਿ ਮੈਨੂੰ ਦੇਖੋ 1976 ਤੋਂ ਜੋ ਮੈਂ ਕਰਨ ਲੱਗਾ ਹੈ ਨਾ, ਤੇ ਮੈਂ ਉਦੋਂ ਤੋਂ ਲੈ ਕੇ ਹੁਣ 45 ਸਾਲ ਹੋ ਗਏ ਮੈਨੂੰ ਕੰਮ ਕਰਦੇ ਹੈ ਨਾ, ਤੇ ਹੁਣ ਮੈਂ 45 ਸਾਲ ਪਿੱਛੇ ਮੁੜ ਕੇ ਵੇਖਦਾ ਤਾਂ ਹੁਣ ਮੈਨੂੰ ਲੱਗਦਾ ਕਿ ਮੈਂ ਬੜਾ ਬਜ਼ੁਰਗ ਹੋ ਗਿਆ ਵਾ, ਹੈ ਨਾ, ਕਿ ਐਪੀ ਮੈਂ ਬੜਾ ਹੀ ਪੁਰਾਣਾ ਵਾ, ਹੈ ਨਾ, ਤੇ ਉਹ ਹੁਣ ਲੱਗਦਾ। ਤੇ ਹੁਣ ਮੈਨੂੰ ਇਹ ਲੱਗਦਾ ਹੁੰਦਾ ਕਿ ਇਸ ਕੰਮ ਨੇ ਕਦੇ ਉਕਾਇਆ ਨਹੀਂ, ਬਲਕਿ ਮੈਨੂੰ ਹੁਣ ਵੀ ਮੈਂ ਲਾਕਡਾਊਨ ਦੇ ਦੌਰਾਨ ਵੀ ਮੈਂ ਕਈ ਨਾਟਕ ਲਿਖੇ ਨੇ। ਮੈਂ ਰੀਸੈਂਟਲੀ ਗੁਰੂ ਤੇਗ ਬਹਾਦਰ ਜੀ ਬਾਰੇ ਬੜਾ, ਮੈਨੂੰ ਖੁਦ ਨੂੰ ਬੜਾ ਅੱਛਾ ਲੱਗਦਾ, ਮੇਰਾ ਉਹ ਨਾਟਕ ਸੀਸ ਨਾਟਕ ਮੈਂ ਲਿਖਿਆ ਗੁਰੂ ਤੇਗ ਬਹਾਦਰ ਜੀ ਦੇ, ਵੀ ਜਿਹੜੀ ਸ਼ਹਾਦਤ ਦਾ ਕਨਸੈਪਟ ਹੈ ਵੀ ਮੈਂ ਉਸ ਨੂੰ ਵੀ ਸਿਰ ਤਾਂ ਸਾਡੇ ਸਾਰਿਆਂ ਕੋਲ ਹੁੰਦੇ ਪਰ ਸੀਸ ਕਿਸੇ ਕਿਸੇ ਕੋਲ ਹੁੰਦਾ, ਤੇ ਉਹ ਗੁਰੂ ਤੇਗ ਬਹਾਦਰ ਜੀ ਵਰਗੀ ਸ਼ਖਸੀਅਤ ਜਿਹੜੀ ਆ, ਜਿਨ੍ਹਾਂ ਨੇ ਸਾਨੂੰ ਜੀਣਾ ਸਿਖਾਇਆ, ਸਮਾਜ ਦੇ ਵਿੱਚ ਖੜਨਾ ਸਿਖਾਇਆ, ਮੈਂ ਉਹਨਾਂ ਨੂੰ ਕਹਿ ਲਓ ਕਿ ਇੱਕ ਅਕੀਦਤ ਦੇ ਫੁੱਲ ਭੇਟ ਕਰ ਸਕਿਆ ਕਿ ਇਸ ਨਾਟਕ ਦੇ ਰਾਹੀਂ 400 ਸਾਲਾ ਸ਼ਤਾਬਦੀ ਉਹਨਾਂ ਦੀ, ਤੇ ਮੈਂ ਸੋਚਿਆ ਕਿ ਉਹਨਾਂ ਦੀ ਤੇ ਇੱਕ ਹੁਣੇ ਮੈਂ ਰੀਸੈਂਟਲੀ ਇੱਕ ਸਕ੍ਰਿਪਟ ਤਿਆਰ ਕੀਤੀ ਹੈ, ਵਰਿਆਮ ਸੰਧੂ ਹੋਰਾਂ ਦੀ ਕਹਾਣੀ ਆਈ ਹੈ, ਮੈਂ ਰੋ ਨਾ ਲਵਾਂ ਇੱਕ ਵਾਰ, ਤੇ ਬੜੀ ਕਮਾਲ ਦੀ ਕਹਾਣੀ ਹੈ, ਤੇ ਮੈਂ ਉੱਤੇ ਨਾਟਕ ਤਿਆਰ ਕਰ ਰਿਹਾ, ਉਹਦੀਆਂ ਸਾਰੀਆਂ ਰੇਸਾਂ ਚੱਲ ਰਹੀਆਂ। ਉਹ ਇੱਕ ਦਲਿਤ ਨੌਜਵਾਨ ਦੀ ਕਹਾਣੀ ਹੈ, ਦਲਿਤ ਸਮਾਜ ਦੀ ਕਹਾਣੀ ਹੈ, ਇੱਕ ਪਿੰਡ ਦੇ ਭੋਲੇ ਭਾਲੇ ਇੱਕ ਇਨਸਾਨ ਦੀ ਕਹਾਣੀ ਹੈ, ਤੇ ਬਹੁਤ ਕਮਾਲ ਦੀ ਕਹਾਣੀ ਹੈ। ਔਰ ਮੈਨੂੰ ਲੱਗਦਾ ਕਿ ਮੈਂ ਬਹੁਤ ਜਲਦੀ ਉਹਨੂੰ ਪੇਸ਼ ਕਰਾਂ ਕਿ ਲੋਕਾਂ ਤੱਕ ਲੈ ਕੇ ਜਾਵਾਂ, ਇੰਨਾ ਕਮਾਲ ਦਾ ਕਰੈਕਟਰ ਹੈ। ਸੋ ਇਸ ਲਈ ਇੱਕ ਬੜਾ ਕ੍ਰੀਏਟਿਵ ਪ੍ਰੋਸੈਸ ਹੈ। ਸੋ ਇਹਦੇ ਬਾਰੇ ਇਹ 'ਚ ਕੰਮ ਕਰਦੇ ਹੋਏ ਮੈਂ ਕਦੀ ਉਦਾਸ ਨਹੀਂ ਹੋਇਆ, ਕਦੀ ਦੁਖੀ ਨਹੀਂ ਹੋਇਆ, ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਥੀਏਟਰ ਕਰ ਰਿਹਾ ਹਾਂ। ਤੇ ਸਰ ਫੈਮਿਲੀ ਵੱਲ ਆਉਂਦੇ ਆ, ਪਰਿਵਾਰ ਦੇ ਵਿੱਚ ਕੌਣ ਨੇ? ਜਿਵੇਂ ਮੈਂ ਦੱਸਿਆ ਕਿ ਹੁਣ ਇਸ ਵੇਲੇ ਮੇਰੇ ਮਦਰ ਫਾਦਰ ਨਹੀਂ ਰਹੇ, ਉਹਨਾਂ ਦੀ ਉਹ ਸਵਰਗਵਾਸ ਹੋ ਗਏ, ਤੁਰ ਗਏ ਸਾਡੇ ਕੋਲੋਂ, ਤੇ ਪਰ ਮੇਰੇ ਦੋਨੋਂ ਭੈਣਾਂ ਨੇ ਵੱਡੀਆਂ, ਆਪਣੇ ਘਰਾਂ 'ਚ ਨੇ, ਬ੍ਰਦਰ ਹੈ, ਭਾਬੀ ਜੀ ਨੇ, ਉਹਨਾਂ ਦੇ ਬੱਚੇ ਨੇ, ਉਹ ਬਾਹਰ ਨੇ, ਆਸਟ੍ਰੇਲੀਆ ਵਗੈਰਾ ਨੇ, ਤੇ ਮੇਰੇ ਆਪਣੇ ਪਰਿਵਾਰ 'ਚ ਮੇਰੀ ਵਾਈਫ ਹੈ ਔਰ ਮੇਰਾ ਬੇਟਾ ਹੈ। ਔਰ ਮੇਰੀ ਵਾਈਫ ਕਿਉਂਕਿ ਪਹਿਲੇ ਉਹ ਖਾਲਸਾ ਕਾਲਜ ਵੀ ਪੜ੍ਹਾਉਂਦੀ ਰਹੀ ਹੈ, ਤੇ ਅੱਜ ਕੱਲ੍ਹ DAV ਕਾਲਜ ਦੇ ਵਿੱਚ ਨੇ, ਤੇ ਮੇਰਾ ਬੇਟਾ ਮੇਰਾ ਅਜੇ ਸਕੂਲ 'ਚ ਪੜ੍ਹਦਾ ਵਾ, 8ਵੀਂ ਕਲਾਸ ਦੇ ਵਿੱਚ। ਸੋ ਇਹ ਪਰਿਵਾਰ ਹੈ ਜਿਹਦੇ ਵਿੱਚ, ਔਰ ਪਰਿਵਾਰ ਨੇ ਖੈਰ ਸ਼ੁਰੂ ਤੋਂ ਜਦੋਂ ਮੇਰੇ ਫਾਦਰ ਸਾਹਿਬ ਨੇ, ਮਦਰ ਨੇ, ਉਹਨਾਂ ਨੇ ਹਮੇਸ਼ਾ ਸਾਥ ਦਿੱਤਾ। ਫਿਰ ਮੈਰਿਜ ਤੋਂ ਬਾਅਦ ਮੇਰੇ ਪਰਿਵਾਰ ਨੇ, ਆਪਣੇ ਮੇਰੀ ਵਾਈਫ ਨੇ, ਬੱਚੇ ਨੇ, ਉਹਨਾਂ ਨੇ ਹਮੇਸ਼ਾ ਸਾਥ ਦਿੱਤਾ ਮੇਰਾ ਇਸ ਫੀਲਡ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੇਰਾ ਇਹੋ ਹੀ ਕੰਮ ਹੈ ਤੇ ਮੈਂ ਇਹੋ ਹੀ ਕੰਮ ਕਰਨਾ ਜੀ। ਤੇ ਸਰ ਤੁਸੀਂ ਇਸ ਲਾਈਨ ਦੇ ਵਿੱਚ ਹਰ ਇੱਕ ਅਵਾਰਡ ਮੈਨੂੰ ਲੱਗਦਾ ਵੀ ਆਪਣੀ ਝੋਲੀ ਪਵਾ ਲਿਆ ਹੈ,
ਤੇ ਕੋਈ ਇਹੋ ਜੀ ਚੀਜ਼, ਕੋਈ ਇਹੋ ਜੀ ਕੋਈ ਰਹਿ ਗਿਆ ਹੋਵੇ ਜਿਹੜਾ ਲੱਗਦਾ ਹੋਵੇ ਕਿ ਅਜੇ ਉੱਥੇ ਪਹੁੰਚਣਾ ਬਾਕੀ ਹੈ? ਇਸ ਗੱਲ ਦਾ ਮੈਨੂੰ ਮਾਣ ਵੀ ਹੈ, ਬੜੀ ਖੁਸ਼ੀ ਵੀ ਹੈ ਕਿ ਹਮੇਸ਼ਾ ਮੈਨੂੰ ਜਿਹੜਾ ਮੈਂ ਕੰਮ ਕੀਤਾ ਮੈਨੂੰ ਸਮਾਜ ਨੇ ਬਹੁਤ ਮਾਣ ਦਿੱਤਾ, ਸਨਮਾਨ ਦਿੱਤਾ। ਔਰ ਮੈਨੂੰ ਬਹੁਤ ਸਾਰੀਆਂ ਸੰਸਥਾਵਾਂ ਨੇ, ਨੈਸ਼ਨਲ ਇੰਟਰਨੈਸ਼ਨਲ ਸੰਸਥਾਵਾਂ ਨੇ ਮੈਨੂੰ ਇਹ ਦੇਖੋ ਰਾਸ਼ਟਰਪਤੀ ਅਵਾਰਡ ਵੀ ਮੈਨੂੰ ਮਿਲਿਆ, ਸੰਗੀਤ ਨਾਟਕ ਅਕੈਡਮੀ ਦਾ ਵੱਡਾ ਅਵਾਰਡ ਮਿਲਿਆ ਜਿਹੜਾ ਕਿ ਹਿੰਦੁਸਤਾਨ ਦਾ ਥੀਏਟਰ ਵਿੱਚ ਸਭ ਤੋਂ ਵੱਡਾ ਅਵਾਰਡ ਇਹ ਅਕੈਡਮੀ ਅਵਾਰਡ ਹੀ ਹੈ, ਤੇ ਉਹ ਮੈਨੂੰ ਮਿਲਿਆ ਮੇਰੀ ਡਾਇਰੈਕਸ਼ਨ ਵਾਸਤੇ ਮੈਨੂੰ ਮਿਲਿਆ ਹੈ ਨਾ। ਤੇ ਮੈਨੂੰ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਦਾ ਅਵਾਰਡ ਮਿਲਿਆ, ਸਟੇਟ ਅਵਾਰਡ ਮਿਲੇ ਮੈਨੂੰ। ਮੇਰੇ ਹੀ ਜਿੱਥੋਂ ਮੈਂ ਪੜ੍ਹ ਕੇ ਆਇਆ ਨੈਸ਼ਨਲ ਸਕੂਲ ਆਫ ਡਰਾਮਾ ਨੇ ਮੈਨੂੰ ਸਨਮਾਨਿਤ ਕੀਤਾ, ਮੈਨੂੰ ਮਨੋਜ ਸਿੰਘ ਅਵਾਰਡ ਉਹਨਾਂ ਨੇ ਮੈਨੂੰ ਦਿੱਤਾ, ਮੈਨੂੰ ਇਹ ਚੰਗਾ ਲੱਗਦਾ। ਸੋ ਮੇਰੇ ਆਪਣੇ ਕਹਿ ਲਓ ਕਿ ਪੰਜਾਬ ਦੇ ਬਹੁਤ ਸਾਰੀਆਂ ਸੰਸਥਾਵਾਂ ਨੇ ਮੈਨੂੰ ਬੜੇ ਹੀ ਸਨਮਾਨ ਦਿੱਤੇ, ਬੜੇ ਮਾਣ ਸਨਮਾਨ ਮੈਨੂੰ ਮਿਲੇ। ਸੋ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਮੈਨੂੰ ਇਸ ਰੂਪ 'ਚ ਸਨਮਾਨ ਦਿੱਤਾ। ਮੇਰੀਆਂ ਇੰਨੀਆਂ ਕਿਤਾਬਾਂ ਛਪੀਆਂ, ਮੇਰੀਆਂ 50 ਤੋਂ ਵੱਧ ਕਿਤਾਬਾਂ ਨੇ ਜਿਹੜੀਆਂ, ਔਰ ਉਹਨਾਂ ਨੂੰ ਕਿਤਾਬਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਕੁਰੂਕਸ਼ੇਤਰ ਯੂਨੀਵਰਸਿਟੀ ਨੇ, ਜੰਮੂ ਯੂਨੀਵਰਸਿਟੀ ਨੇ ਆਪਣੇ ਸਿਲੇਬਸ ਦਾ ਹਿੱਸਾ ਬਣਾਇਆ। ਜੇ ਮੇਰਾ ਇੱਕ ਕੋਈ ਕਿਤਾਬ ਕਿਸੇ ਸਿਲੇਬਸ ਵਿੱਚ ਹੈਗੀ ਆ, ਇੱਥੇ BA ਦੇ ਸ਼ਾਇਦ ਸਮਾਂ ਮੰਗ ਕਰਦਾ, ਤੇ ਇੱਕ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਵੀ ਲੱਗੀ ਹੋਈ ਹੈ, ਮੇਰਾ ਨਾਟਕ ਲੱਗਾ। ਸੋ ਮੇਰਾ ਐਜੂਕੇਸ਼ਨ ਬੋਰਡ 'ਚ 5ਵੀਂ ਜਮਾਤ 'ਚ ਵੀ ਮੇਰੇ ਨਾਟਕ ਪੜ੍ਹਾਏ ਜਾਂਦੇ ਆ। ਮੇਰੇ CBSE ਦੇ ਸਿਲੇਬਸ ਵਿੱਚ ਵੀ 10ਵੀਂ ਜਮਾਤ 'ਚ ਮੇਰੇ ਬੱਚਿਆਂ ਲਈ ਜਿਹੜੇ ਨਾਟਕ ਲਿਖੇ ਆ ਉਹ ਵੀ ਪੜ੍ਹਾਏ ਜਾਂਦੇ ਆ, ਉਹ ਵੀ ਉਹਨਾਂ ਦੇ ਵਿੱਚ ਹੈਗੇ। ਮੇਰੇ ਨਾਟਕਾਂ ਦੇ ਉੱਤੇ, ਮੇਰੇ ਕੰਮ ਦੇ ਉੱਤੇ 4-5 ਲੋਕਾਂ ਨੇ PhD ਦੇ ਥੀਸਿਸ ਕੀਤੇ ਆ, ਔਰ 15-20 ਲੋਕਾਂ ਨੇ MPhil ਦੇ ਥੀਸਿਸ ਕੀਤੇ ਹੋਏ ਆ। ਸੋ ਇਹ ਵੀ ਇੱਕ ਮੇਰੇ ਸਨਮਾਨ ਦਾ ਹਿੱਸਾ ਹੈ ਕਿ ਮੇਰੇ ਕੰਮ ਨੂੰ ਉਹਨਾਂ ਨੇ ਮਾਣ ਦਿੱਤਾ ਹੈ, ਤੇ ਇਹ ਤਾਂ ਹੀ ਉਹ PhDਆਂ ਤੇ ਇਹ ਸਾਰੇ ਥੀਸਿਸ ਕਰ ਸਕੇ। ਸੋ ਮੈਂ ਇਸ ਗੱਲ ਲਈ ਉਹਨਾਂ ਸਾਰੇ ਦੋਸਤਾਂ ਦਾ ਸ਼ੁਕਰਗੁਜ਼ਾਰ ਵੀ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਨਮਾਨ ਦਿੱਤਾ। ਤੇ ਤੁਸੀਂ ਅੱਜ ਜਿਹੜੀ ਹੈ ਇੰਟਰਵਿਊ ਕਰਦੇ ਪਏ ਹੋ ਖਾਲਸਾ ਕਾਲਜ ਵੱਲੋਂ, ਸੋ ਖਾਲਸਾ ਕਾਲਜ ਨੇ ਇਹ ਵੀ ਇੱਕ ਮਾਣ ਦਿੱਤਾ ਹੈ ਮੈਨੂੰ, ਤੇ ਇਹ ਇਸ ਲਈ ਮੈਂ ਤੁਹਾਡਾ ਵੀ ਸਾਰਿਆਂ ਦਾ, ਖਾਲਸਾ ਕਾਲਜ ਦਾ, ਸਾਰੀ ਮੈਨੇਜਮੈਂਟ ਦਾ, ਪ੍ਰਿੰਸੀਪਲ ਸਾਹਿਬ ਦਾ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਸਰ। ਤੇ ਸਰ ਕੋਵਿਡ ਚੱਲ ਰਿਹਾ ਸੀ, 2 ਸਾਲ ਹੋ ਗਏ, ਸਾਰਾ ਕੁਝ ਬੰਦ ਪਿਆ ਹੋਇਆ ਸੀ, ਇਹਦੇ ਦੌਰਾਨ ਰਿਹਰਸਲਾਂ ਰੁਕ ਗਈਆਂ, ਸਾਰਾ ਕੁਝ, ਤੇ ਫਿਰ ਤੁਸੀਂ ਇਸ ਕੰਮ ਨੂੰ ਕਿਵੇਂ ਕੰਟੀਨਿਊ ਕੀਤਾ ਜਾਂ ਕਿੱਦਾਂ? ਮੈਂ ਨਾ ਇਸ ਕੰਮ ਨੂੰ ਇੱਦਾਂ ਦੇਖਿਆ ਕਿ ਮੈਂ ਸੋਚਿਆ ਕਿ ਬਹੁਤ ਸਾਰੀਆਂ ਸ਼ਾਇਦ ਇੱਦਾਂ ਦੀਆਂ ਮੇਰੇ ਕੋਲ, ਮੇਰੀ ਆਪਣੇ ਘਰ ਦੇ ਵਿੱਚ ਮੇਰੇ ਕੋਲ ਬੜੀ ਵੱਡੀ ਲਾਇਬ੍ਰੇਰੀ ਹੈ, ਆਪਣੀ ਨਿੱਜੀ ਲਾਇਬ੍ਰੇਰੀ, ਮੇਰੇ ਕੋਲ ਕਾਫੀ 4-5 ਹਜ਼ਾਰ ਕਿਤਾਬ ਉਹਦੇ ਵਿੱਚ, ਤੇ ਮੈਂ ਕਿਤਾਬਾਂ ਪੜ੍ਹਦਾ ਵਾਂ, ਲਿਖਦਾ ਵਾਂ। ਤੇ ਮੈਂ ਉਸ ਦੌਰਾਨ ਮੈਂ ਕਾਫੀ ਸਾਰੀ ਹਿਸਟਰੀ ਪੜ੍ਹੀ, ਮੁਗਲ ਪੀਰੀਅਡ ਪੜ੍ਹਿਆ, ਮੈਂ ਸਿੱਖ ਇਤਿਹਾਸ ਪੜ੍ਹਿਆ, ਮੈਂ ਹੋਰ ਬਹੁਤ ਕੁਝ ਜਿਹੜਾ ਕ੍ਰੀਏਟਿਵ ਸੀ, ਕੁਝ ਕਲਾਸਿਕਸ ਇਹੋ ਜਿਹੇ ਨਾਵਲ ਸੀਗੇ ਪੰਜਾਬੀ ਦੇ ਜਾਂ ਹੋਰ ਜਿਹੜੇ ਵਰਲਡ ਦੇ, ਉਹ ਮੈਂ ਪੜ੍ਹੇ, ਕੁਝ ਨਾਟਕ ਪੜ੍ਹੇ ਹੈ ਨਾ, ਕੁਝ ਨਾਟਕ ਲਿਖੇ। ਮੈਂ ਇਸ ਤਰ੍ਹਾਂ ਟਾਈਮ ਇਹ ਜਿਹੜਾ ਸਾਰਾ ਬਤਾਇਆ ਆਪਣਾ। ਤੇ ਮੈਂ ਇਸ ਸਮੇਂ ਦੇ ਵਿੱਚ ਬਸ ਮੈਂ ਹਰ ਰੋਜ਼ ਇਹ ਸੋਚਦਾ ਸੀ ਕਿ ਮੈਂ ਕੋਈ ਨਹੀਂ, ਕੱਲ ਨੂੰ ਠੀਕ ਹੋ ਜਾਣਾ, ਕੱਲ ਨੂੰ ਠੀਕ ਹੋ ਜਾਣਾ, ਕੱਲ ਨੂੰ ਠੀਕ ਹੋ ਜਾਣਾ। ਸੋ ਇਹ ਇੱਕ ਆਸ ਮੈਂ ਰੱਖੀ ਇਹਦੇ ਵਿੱਚ ਹੀ, ਇਸੇ ਆਸ ਵਿੱਚ ਹੀ ਮੈਂ ਕਿਸਾਨ ਅੰਦੋਲਨ ਦੇ ਨਾਲ ਵੀ ਜਿਹੜੇ ਸੈਟ ਚੱਲ ਰਿਹਾ ਸਾਰਾ ਹਿੰਦੁਸਤਾਨ 'ਚ, ਮੈਂ ਉਹਨਾਂ ਲਈ ਵੀ ਨਾਟਕ ਤਿਆਰ ਕੀਤਾ, ਹਾੜੀਆਂ ਸੌਣੀਆਂ, ਉਹਨਾਂ ਦੇ ਸਟੇਜਾਂ ਤੇ ਜਾ ਕੇ ਵੀ ਨਾਟਕ ਕੀਤੇ। ਸੋ ਇਸ ਤਰ੍ਹਾਂ ਮੈਂ ਟਾਈਮ ਜਿਹੜਾ ਆਪਣਾ ਗੁਜ਼ਾਰਿਆ। ਤਾਂ ਮੈਨੂੰ ਉਮੀਦ ਹੈ ਕਿ ਹੁਣ ਵੀ ਜਿਹੜਾ ਹੈ ਅਜੇ ਵੀ ਥੋੜਾ ਕੋਵਿਡ ਦਾ ਹੈਗਾ ਵਾ, ਤੇ ਇਹ ਜਲਦੀ ਸਾਰਾ ਕੁਝ ਠੀਕ ਹੋਏਗਾ, ਕਿਉਂਕਿ ਜੇ ਕਹਿੰਦੇ ਆ ਕਿ ਚੰਗੇ ਦਿਨ ਨਹੀਂ ਰਹੇ ਤਾਂ ਬੁਰੇ ਦਿਨ ਵੀ ਨਹੀਂ ਰਹਿਣਗੇ, ਫਿਰ ਤੋਂ ਚੰਗੇ ਦਿਨ ਆਉਣਗੇ, ਫਿਰ ਤੋਂ ਜ਼ਿੰਦਗੀ ਉਸੇ ਤਰ੍ਹਾਂ ਮਹਿਕੇਗੀ, ਉਸੇ ਤਰ੍ਹਾਂ ਰੁਕੇਗੀ, ਤਾਂ ਫਿਰ ਤੋਂ ਲੋਕ ਆਪਣੇ ਕੰਮਾਂ ਕਾਰਾਂ 'ਚ ਔਰ ਆਪਣੇ ਘਰਾਂ ਦੇ ਵਿੱਚ ਸੋਹਣੀ ਜ਼ਿੰਦਗੀ ਗੁਜ਼ਾਰਨਗੇ। ਸਰ ਖਾਲਸਾ ਕਾਲਜ ਦੇ ਵਿੱਚ ਵੀ ਰੰਗਮੰਚ ਚੱਲ ਰਿਹਾ ਹੈ, ਐਜ਼ ਅ ਕੋਰਸ ਉੱਥੇ ਆ ਚੁੱਕਾ ਹੋਇਆ, ਤੇ ਹੋਰ ਬਹੁਤ ਸਾਰੇ ਸਟੂਡੈਂਟਸ ਜਾਂ ਬਾਹਰੋਂ ਇੰਨੇ ਵਿਦਿਆਰਥੀ ਥੀਏਟਰ ਦੇ ਨਾਲ ਜੁੜੇ ਹੋਏ ਨੇ, ਯੰਗਸਟਰਸ ਜੁੜੇ ਹੋਏ ਨੇ, ਤੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਇਹਨਾਂ ਨੂੰ? ਮੈਂ ਸੰਦੇਸ਼ ਤਾਂ ਕਿ ਬਸ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਵੀ ਥੀਏਟਰ ਦੀ ਦੁਨੀਆ ਨਾਲ ਜੁੜੇ ਹੋਏ ਆ, ਉਹ ਜ਼ਰੂਰ ਆਪਣੇ ਅੰਦਰੋਂ ਜ਼ਰੂਰ ਇੱਕ ਵਾਰੀ ਮਹਿਸੂਸ ਕਰਨ ਕਿ ਰੰਗਮੰਚ ਜਿਹੜਾ ਇਹ ਬੜਾ ਹੀ ਜ਼ਿੰਮੇਵਾਰੀ ਵਾਲਾ ਕੰਮ ਹੈ। ਇਹ ਵਪਾਰ ਨਹੀਂ ਹੈ, ਇਹ ਮਾਰਕੀਟਿੰਗ ਨਹੀਂ ਹੈ, ਇਹ ਮੰਨ ਕੇ ਚੱਲਿਓ ਕਿ ਇਹ ਵਪਾਰ ਨਹੀਂ ਹੈ। ਇਹਦੇ ਵਿੱਚ ਜੇਕਰ ਤੁਸੀਂ ਰੰਗਮੰਚ ਲਈ ਕੁਝ ਸਮਾਂ ਦਿੰਦੇ ਹੋ ਤੇ ਰੰਗਮੰਚ ਬਦਲੇ 'ਚ ਤੁਹਾਨੂੰ ਬੜਾ ਕੁਝ ਦਿੰਦਾ, ਯਾਨੀ ਉਸ ਚੀਜ਼ ਨੂੰ
ਉਹ ਜਿਹੜਾ ਰੰਗਮੰਚ ਤੁਹਾਨੂੰ ਵਾਪਸ ਦਿੰਦਾ ਨਾ, ਬੜੀ ਵਾਰੀ ਬਾਅਦ ਚ ਕੁਝ ਲੋਕ ਫਰਸਟ੍ਰੇਟ ਹੋ ਜਾਂਦੇ ਰੰਗਮੰਚ ਕਰਦੇ ਆ ਕੁਝ ਸਾਲਾਂ ਬਾਅਦ, ਕਹਿੰਦੇ ਰੰਗਮੰਚ ਨੇ ਸਾਨੂੰ ਜ਼ਿੰਦਗੀ 'ਚ ਕੀ ਦਿੱਤਾ। ਪਰ ਰੰਗਮੰਚ ਜੋ ਦਿੰਦਾ ਹੈ ਨਾ, ਉਹ ਵਿਜ਼ੀਬਲ ਨਹੀਂ ਹੈ ਜੀ, ਉਹ ਵਿਜ਼ੀਬਲ ਬਿਲਕੁਲ ਨਹੀਂ ਹੁੰਦਾ, ਤੁਹਾਨੂੰ ਨਜ਼ਰ ਨਹੀਂ ਆਉਂਦਾ ਜੋ ਕੋਈ ਤੁਹਾਨੂੰ ਜ਼ਿੰਦਗੀ 'ਚ ਦਿੰਦਾ ਹੈ ਨਾ। ਤੇ ਸੋ ਤੁਸੀਂ ਇੰਨੇ ਆਪਣੇ ਅੰਦਰ ਤਾਕਤ ਰੱਖਿਓ, ਇੰਨੀ ਪਾਵਰਫੁਲ ਰਿਓ, ਇੰਨਾ ਸਮਾਜ ਨਾਲ ਜੁੜ ਕੇ ਰਿਓ, ਇੰਨੀ ਕਮਿਟਮੈਂਟ ਰੱਖਿਓ, ਆਪਣੇ ਅੰਦਰ ਦੀ ਉਹ ਅੱਗ ਨੂੰ ਧੁਖਦੇ ਹੋਏ ਰੱਖਿਓ ਕਿ ਤੁਸੀਂ ਲੋਕਾਂ ਦੇ ਦੁੱਖ ਦਰਦ ਨੂੰ, ਖੁਸ਼ੀਆਂ ਨੂੰ ਸਮਝ ਸਕੋ। ਮੈਂ ਕਹਿੰਦਾ ਨਾ ਕਿ ਕਈ ਵਾਰੀ ਕਿਸੇ ਜਗ੍ਹਾ ਦੀ ਉਦਾਹਰਨ ਦਿੰਦੇ ਆ ਕਿ ਮੰਨ ਲਓ ਕਿਸੇ ਜਗ੍ਹਾ ਤੇ ਕੋਈ 100, 150, 200 ਲੋਕਾਂ ਦੀਆਂ ਝੌਂਪੜੀਆਂ ਸੜ ਗਈਆਂ, ਪਰ ਉਹਨਾਂ ਦੀ ਕੋਈ ਕੈਮਰੇ ਵਾਲਾ ਆਏਗਾ, ਕੋਈ ਮੀਡੀਆ ਵਾਲਾ ਆਏਗਾ ਤਾਂ ਫਿਲਮ ਬਣਾ ਕੇ ਉਹਨਾਂ ਦੀ ਰਿਪੋਰਟਿੰਗ ਕਰਕੇ ਲੈ ਕੇ ਜਾਏਗਾ ਕਿ ਇੱਥੇ ਝੌਂਪੜੀਆਂ ਸੜ ਗਈਆਂ। ਪਰ ਉਹਨਾਂ ਝੌਂਪੜੀਆਂ ਵਾਲਿਆਂ ਦੇ ਅੰਦਰੋਂ ਜਿਹੜਾ ਲੋਕ ਸੀ, ਉਹਨਾਂ ਦੇ ਅੰਦਰੋਂ ਕੀ ਕੁਝ ਸੜ ਗਿਆ, ਉਹ ਕੈਮਰਾ ਨਹੀਂ ਵਿਖਾ ਸਕਦਾ, ਉਹ ਰੰਗਮੰਚ ਵਿਖਾ ਸਕਦਾ, ਕਿ ਉਹ ਤੁਸੀਂ ਵਿਖਾ ਸਕਦੇ ਹੋ ਕਿ ਉਹਨਾਂ ਦੇ ਸੁਪਨੇ ਕਿੱਦਾਂ ਸੜ ਗਏ ਨੇ। ਉਹਦੇ ਵਿੱਚ ਉਹ ਰੰਗਮੰਚ ਨੇ ਵਿਖਾਉਣਾ, ਉਹ ਤੁਸੀਂ ਹੀ ਵਿਖਾ ਸਕਦੇ ਹੋ। ਸੋ ਤੁਸੀਂ ਆਪਣੀ ਜਿਗਿਆਸਾ ਨੂੰ, ਆਪਣੇ ਸੁਪਨਿਆਂ ਨੂੰ, ਆਪਣੀ ਕ੍ਰੀਏਟੀਵਿਟੀ ਨੂੰ, ਆਪਣੀ ਸੋਚ ਉਡਾਰੀ ਨੂੰ ਇੱਦਾਂ ਜਾਗਦੀ ਰੱਖਿਓ ਤਾਂ ਜੋ ਤੁਸੀਂ ਉਹਨਾਂ ਦੇ ਸੁਪਨਿਆਂ ਦੀ ਵੀ ਬਾਂਹ ਫੜ ਸਕੋ। ਬਹੁਤ ਖੂਬ। ਤੇ ਸਰ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਨੇ ਸਾਰੇ ਇੰਸਟੀਟਿਊਸ਼ਨਸ ਨੂੰ ਲੈ ਕੇ ਅਸੀਂ KCGC TV ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਨਾਲ ਜਿੰਨੇ ਵੀ ਇਲੂਮੀਨਾਈਜ਼ ਜਿਹੜੇ ਪਹੁੰਚੇ ਹੋਏ ਨੇ ਕਿਤੇ, ਅਸੀਂ ਉਹਨਾਂ ਨੂੰ ਇੱਕ ਵਾਰੀ ਫਿਰ ਸਾਡੇ ਹੋਣ ਵਾਲੇ ਸਟੂਡੈਂਟਸ ਦੇ ਕਿ ਕਿਹੜੀ ਮਿਹਨਤ ਦੇ ਥਰੂ, ਕਿਹੜੇ ਜਜ਼ਬੇ ਦੇ ਨਾਲ ਉਹ ਇੱਥੋਂ ਤੱਕ ਪਹੁੰਚੇ ਨੇ। ਤੇ ਅਸੀਂ ਜ਼ਰੂਰ ਚਾਹਾਂਗੇ ਕਿ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਇਸ TV ਨਾਲ ਜੁੜਨ ਲਈ, ਜਾਂ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਇੰਟਰਵਿਊ ਬਾਰੇ? ਨਹੀਂ, ਮੈਂ ਸਮਝਦਾ ਕਿ ਇਹ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਕਿ ਇਸ ਤਰ੍ਹਾਂ ਦਾ ਤੁਸੀਂ ਇੱਕ ਚੈਨਲ ਕ੍ਰੀਏਟ ਕੀਤਾ ਹੈ ਖਾਲਸਾ ਕਾਲਜ ਦੇ ਵਿੱਚ, ਔਰ ਇਹ ਗਵਰਨਿੰਗ ਕੌਂਸਲ ਨੇ ਤੁਹਾਨੂੰ ਇੰਨਾ ਸਹਿਯੋਗ ਦਿੱਤਾ ਹੈ, ਇਹ ਵੱਡਾ ਕੰਮ ਹੈ। ਇਹ ਹਰ ਕਾਲਜ ਨਹੀਂ ਕਰਦਾ ਇਸ ਤਰ੍ਹਾਂ ਦਾ ਕੰਮ, ਹਰ ਕਾਲਜ ਕੋਈ ਇੰਨੀ ਦਲੇਰੀ ਵੀ ਨਹੀਂ ਹੁੰਦੀ, ਸੱਚੀ ਗੱਲ ਹੈ। ਔਰ ਖਾਲਸਾ ਕਾਲਜ ਤੇ ਦਲੇਰ ਲੋਕਾਂ ਦਾ ਕਾਲਜ ਹੈ ਨਾ। ਤੇ ਇਹ ਤੁਸੀਂ ਕੰਮ ਕੀਤਾ, ਵੱਡਾ ਕੰਮ ਹੈ। ਤੇ ਮੈਂ ਸਮਝਦਾ ਕਿ ਇਸ ਕੰਮ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕਾਂ, ਔਰ ਇਸ ਕੰਮ ਨੂੰ ਜਾਰੀ ਰੱਖਿਓ, ਇਹਨੂੰ ਰੁਕਣ ਨਾ ਦੇਣਾ ਇਸ ਕੰਮ ਨੂੰ। ਔਰ ਇਹ ਮੈਂ ਚਾਹਾਂਗਾ ਕਿ ਜਿਹੜੇ ਦੋਸਤ ਵੀ ਸੁਣਦੇ ਪਏ ਨੇ ਮੇਰੇ ਬਹਾਨੇ ਨਾਲ, ਅੱਜ ਮੇਰੀ ਗੱਲਬਾਤ ਨੂੰ ਸੁਣਦੇ ਪਏ ਹੋ, ਤੁਸੀਂ ਸਾਰੇ ਹੀ ਇਸ ਚੈਨਲ ਦੇ ਨਾਲ ਜੁੜੋ ਮੇਰੇ ਸਮੇਤ। ਔਰ ਮੇਰੇ ਜਿੰਨੇ ਸ਼ਾਗਿਰਦ ਜਾਂ ਮੇਰੇ ਦੋਸਤ ਨੇ, ਮੇਰੇ ਨਾਲ ਕੰਮ ਕਰਨ ਵਾਲੇ ਲੋਕ ਨੇ, ਚਾਹੇ ਉਹ ਇਸ ਵੇਲੇ ਫਿਲਮੀ ਦੁਨੀਆ ਦੇ ਵਿੱਚ ਨੇ, ਚਾਹੇ ਉਹ ਰੰਗਮੰਚ ਦੀ ਦੁਨੀਆ ਦੇ ਵਿੱਚ, ਉਹ ਆਪਣੇ ਪਰਿਵਾਰਾਂ ਸਮੇਤ ਸਾਰੇ ਇਸ ਚੈਨਲ ਦੇ ਨਾਲ ਜ਼ਰੂਰ ਜੁੜੋ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਜਿਹੜੇ ਦੂਜੇ ਦੋਸਤਾਂ ਕੋਲੋਂ ਵੀ ਸੁਣਦੇ ਰਹੀਏ, ਔਰ ਜ਼ਿੰਦਗੀ 'ਚ ਕੁਝ ਨਾ ਕੁਝ ਅਸੀਂ ਉਹਨਾਂ ਕੋਲੋਂ ਵੀ ਸਿੱਖੀਏ। ਬਹੁਤ ਸ਼ੁਕਰੀਆ। ਬਿਲਕੁਲ ਸਰ, ਚੱਲਦੇ ਫਿਰਦੇ ਰੰਗਮੰਚ ਨੇ, ਔਰ ਮੈਨੂੰ ਲੱਗਦਾ ਵੀ ਕਿ ਸਾਡੀ ਅੱਜ ਦੀ ਥੋੜੇ ਜਿਹੇ ਟਾਈਮ ਦੀ ਜਿਹੜੀ ਇੰਟਰਵਿਊ ਹੈ, ਸਰ ਨੇ ਇੰਨਾ ਕੁਝ ਥੀਏਟਰ ਦੇ ਸਟੂਡੈਂਟਸ ਨੂੰ, ਇੰਨਾ ਕੁਝ ਆਮ ਬੰਦਿਆਂ ਨੂੰ ਦੱਸ ਦਿੱਤਾ ਹੈ, ਇੰਨੀ ਉੱਚੀ ਕਲਪਨਾ। ਅੱਜ ਸਰ ਮੈਨੂੰ ਲੱਗਦਾ ਵੀ ਪਤਾ ਨਹੀਂ ਕਿੰਨੇ ਕੀ ਕੁਝ ਇਸ ਚੀਜ਼ ਤੋਂ ਸਿੱਖਿਆ। ਤੇ ਸਰ ਮੇਰੇ ਕੋਲ ਫਿਰ ਕੋਈ ਵਰਡਸ ਨਹੀਂ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ। ਤੇ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ। ਧੰਨਵਾਦ ਜੀ। ਬਹੁਤ ਵਧੀਆ ਸਰ।